कोऊ हर समान नहीं राजा, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪਾਂ ਜਿੱਥੇ ਇਹ ਯਤਨ ਕਰ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਜੀਵਨ ਪਰਉਪਕਾਰ ਔਰ ਮਹਾਨ ਕਾਰਜਾਂ ਨੂੰ ਵਿਚਾਰਾਂ ਦੇ ਰਾਹੀਂ ਆਪਸ ਵਿੱਚ ਸਾਂਝਿਆਂ ਕੀਤਾ ਜਾਏ, ਉੱਥੇ ਆਪਾਂ ਇਹ ਵੀ ਯਤਨ ਕਰ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮਹਾਨ ਸ਼ਹਾਦਤ ਦੇ ਕਾਰਨਾਂ ਨੂੰ ਸਮਝਿਆ ਜਾਏ, ਵਿਚਾਰਿਆ ਜਾਏ ਕਿ ਉਹ ਕਿਹੜੇ ਕਾਰਨ ਸਨ, ਕਿਹੜੀਆਂ ਧਿਰਾਂ ਸਨ ਜਿਨ੍ਹਾਂ ਨੇ ਆਪਣਾ ਅਸਰ ਰਸੂਖ ਵਰਤ ਕੇ, ਆਪਣਾ ਪ੍ਰਭਾਵ ਵਰਤ ਕੇ ਏਡੀ ਵੱਡੀ ਇਤਿਹਾਸ ਦੀ ਘਟਨਾ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਪਾਰਟੀਸਪੇਟ ਕੀਤਾ, ਯੋਗਦਾਨ ਪਾਇਆ। ਉਹ ਕੀ ਕਾਰਨ ਸਨ ਜਿਨ੍ਹਾਂ ਸਦਕਾ ਏਡੀ ਵੱਡੀ ਇਤਿਹਾਸ ਦੀ ਘਟਨਾ ਵਾਪਰੀ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੇ ਰਹਿਨੁਮਾ ਜਿਹੜੇ ਸ਼ਾਂਤੀ, ਸਹਿਜ, ਟਿਕਾਊ, ਪਰਉਪਕਾਰ ਅਤੇ ਭਲੇ ਦੀ ਮੂਰਤ ਨੇ, ਉਹਨਾਂ ਨੂੰ ਘੋਰ ਤਸੀਹੇ ਦੇ ਕੇ ਸਮੇਂ ਦੀ ਸਲਤਨਤ ਨੇ ਸ਼ਹੀਦ ਕੀਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਔਰ ਸਤਿਗੁਰੂ ਦੀ ਸ਼ਹਾਦਤ ਨਾਲ ਸੰਬੰਧਿਤ ਇਹਨਾਂ ਪੱਖਾਂ ਨੂੰ ਵਿਚਾਰਦਿਆਂ ਹੋਇਆਂ ਸਾਡਾ ਧਿਆਨ ਸਮੇਂ ਦੀ ਹਕੂਮਤ ਵੱਲ ਜਾਂਦਾ ਹੈ। ਹਕੂਮਤ ਜਿਸ ਨੂੰ ਆਪਾਂ ਸਰਕਾਰ ਕਹਿੰਦੇ ਹਾਂ, ਜਿਸ ਨੂੰ ਆਪਾਂ ਗਵਰਨਮੈਂਟ ਕਹਿੰਦੇ ਹਾਂ, ਕੋਈ ਵੀ ਹਕੂਮਤ, ਕੋਈ ਵੀ ਸਰਕਾਰ ਕਈ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਸਮੇਂ ਦੇ ਹਾਕਮ ਜਿਨ੍ਹਾਂ ਦੇ ਕੋਲ ਇੱਕ ਨੀਤੀ ਹੁੰਦੀ ਹੈ ਰਾਜ ਕਰਨ ਦੀ, ਸਮੇਂ ਦੀ ਉਹ ਸੱਤਾ ਜਿਹਦਾ ਇੱਕ ਹਿੱਸਾ ਬਿਊਰੋਕ੍ਰੇਸੀ, ਅਫਸਰਸ਼ਾਹੀ ਹੁੰਦੀ ਹੈ, ਉਹਨਾਂ ਦੇ ਕੋਲ ਨਿਆਂਪਾਲਿਕਾ ਹੁੰਦੀ ਹੈ, ਦੰਡ ਵਿਧਾਨ ਹੁੰਦੇ ਨੇ, ਬਹੁਤ ਕੁਝ ਰਲਾ ਮਿਲਾ ਕੇ ਇੱਕ ਸਾਮਰਾਜ, ਇੱਕ ਹਕੂਮਤ, ਇੱਕ ਸਰਕਾਰ ਬਣਦੀ ਹੈ। ਹਾਕਮ ਬਦਲਦੇ ਰਹਿੰਦੇ ਨੇ, ਬਿਊਰੋਕ੍ਰੇਸੀ ਬੜੀ ਦੇਰ ਤੱਕ ਚੱਲਦੀ ਹੈ, ਨਿਆਂਪਾਲਿਕਾ ਬਣੇ ਹੋਏ ਕਾਨੂੰਨਾਂ ਨੂੰ ਬਦਲਣ ਉੱਤੇ ਸਦੀਆਂ ਲੱਗ ਜਾਂਦੀਆਂ ਨੇ। ਇਹ ਸਾਰਾ ਕੁਝ ਰਲਾ ਮਿਲਾ ਕੇ ਇੱਕ ਹਕੂਮਤ ਦਾ ਢਾਂਚਾ ਬਣਦਾ ਹੈ, ਉਹ ਸਿਰਜਿਆ ਜਾਂਦਾ ਹੈ ਅਤੇ ਉਹੀ ਪ੍ਰਜਾ ਦੇ ਵਰਤਮਾਨ ਅਤੇ ਪ੍ਰਜਾ ਦੇ ਭਵਿੱਖ ਨੂੰ ਤੈਅ ਕਰਦਾ ਹੈ। ਸਰਕਾਰਾਂ ਦੇ ਕੀਤੇ ਹੋਏ ਫੈਸਲੇ ਪ੍ਰਜਾ ਦੇ ਹਿੱਤਾਂ ਦਾ ਲਾਭ ਵੀ ਬਣ ਜਾਂਦੇ ਨੇ ਅਤੇ ਨੁਕਸਾਨ ਵੀ ਬਣ ਜਾਂਦੇ ਨੇ। ਉਹਨਾਂ ਦੇ ਕੀਤੇ ਹੋਏ ਫੈਸਲੇ ਸਦੀਆਂ ਤਲਕ ਕਿਸੇ ਦੇਸ਼ ਦੀ ਪ੍ਰਜਾ ਦੇ ਉੱਤੇ ਗਹਿਰਾ ਅਸਰ ਅਤੇ ਪ੍ਰਭਾਵ ਪਾਉਂਦੇ ਨੇ। ਉਹਨਾਂ ਦੇ ਫੈਸਲੇ ਦੇ ਇੱਕ ਹਿੱਸੇ ਨੂੰ ਬਦਲਣ ਉੱਤੇ ਬੜੀ ਵੱਡੀ ਤਾਕਤ ਪ੍ਰਜਾ ਦੀ, ਜਨਤਾ ਦੀ ਲੱਗ ਜਾਂਦੀ ਹੈ। ਗਲਤ ਫੈਸਲਿਆਂ ਦੇ ਖਿਲਾਫ ਬੋਲਣ ਵਾਲਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਨੇ, ਆਪਣੀਆਂ ਉਮਰਾਂ ਜੇਲ੍ਹਾਂ 'ਚ ਗਾਲਣੀਆਂ ਪੈਂਦੀਆਂ ਨੇ। ਭਵਿੱਖ ਵਿੱਚ ਕਈ ਪੀੜ੍ਹੀਆਂ ਸਰਕਾਰੀ ਤਸ਼ੱਦਦ ਦਾ ਇਸ ਕਰਕੇ ਸ਼ਿਕਾਰ ਹੋ ਜਾਂਦੀਆਂ ਨੇ ਕਿ ਉਹਨਾਂ ਨੇ ਸਰਕਾਰ ਦੇ ਗਲਤ ਫੈਸਲਿਆਂ ਦੇ ਖਿਲਾਫ ਆਵਾਜ਼ ਉਠਾਈ। ਸਮੇਂ ਦੀ ਸਲਤਨਤ ਆਪਣੇ ਹਿੱਤ ਵਿੱਚ ਬੋਲਣ ਵਾਲਿਆਂ ਨੂੰ ਨਵਾਜ਼ਦੀ ਹੈ ਅਤੇ ਆਪਣੇ ਵਿਰੋਧ ਵਿੱਚ ਬੋਲਣ ਵਾਲਿਆਂ ਨੂੰ ਬਾਗੀ ਕਹਿ ਕੇ ਉਹਨਾਂ ਦੇ ਨਾਲ ਹਰ ਕਿਸਮ ਦਾ ਜ਼ਾਲਮਾਨਾ ਸਲੂਕ ਕਰਦੀ ਹੈ। ਦੁਨੀਆ ਦੇ ਇਤਿਹਾਸ ਅੰਦਰ ਜਿੰਨੇ ਵੀ ਬਾਗੀਆਂ ਦਾ ਆਪਾਂ ਜੀਵਨ ਪੜ੍ਹਦੇ ਹਾਂ, ਜਿੰਨੇ ਵੀ ਐਸੇ ਮਨੁੱਖਾਂ ਦਾ ਜ਼ਿਕਰ ਪੜ੍ਹਦੇ ਹਾਂ ਜਿਹੜੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ, ਬਹੁਤਾਤ ਘਟਨਾਵਾਂ ਐਸੀਆਂ ਹੀ ਹੋਣਗੀਆਂ ਜਿੱਥੇ ਸਮੇਂ ਦੀ ਸਲਤਨਤ ਜਾਂ ਸਮੇਂ ਦੀ ਸੱਤਾ ਦੇ ਉਸ ਸਥਾਪਤੀ ਦੇ ਵਿਰੋਧ ਵਿੱਚ ਜਾਂ ਉਹਨਾਂ ਦੀਆਂ ਗਲਤ ਨੀਤੀਆਂ, ਜ਼ੁਲਮਾਂ, ਦਮਨਕਾਰੀ ਸੁਭਾਅ ਅਤੇ ਅਨਿਆਂ, ਬੇਇਨਸਾਫੀ ਦੇ ਵਿਰੋਧ ਵਿੱਚ ਕਿਸੇ ਨੇ ਆਵਾਜ਼ ਉਠਾਈ। ਉਹ ਲੋਕ ਜਿਨ੍ਹਾਂ ਨੇ ਆਪਣਾ ਆਪ ਨਿਸ਼ਾਵਰ ਕਰਕੇ ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ, ਨਿਸ਼ਚੈ ਹੀ ਉਹਨਾਂ ਨੂੰ ਤਕਲੀਫਾਂ ਤਾਂ ਬਹੁਤ ਆਉਂਦੀਆਂ ਨੇ, ਦੁੱਖ ਵੀ ਝੱਲਦੇ ਨੇ, ਆਪਣਾ ਆਪ ਵੀ ਗਵਾ ਲੈਂਦੇ ਨੇ, ਤਬਾਹੀ ਸਹਿੰਦੇ ਨੇ, ਜ਼ੁਲਮ ਸਹਿੰਦੇ ਨੇ, ਇਸ ਸੰਸਾਰ ਤੋਂ ਰੁਖਸਤ ਵੀ ਹੋ ਜਾਂਦੇ ਨੇ। ਪਰ ਲੋਕ ਮਨਾਂ ਦੇ ਅੰਦਰ, ਲੋਕ ਚੇਤਿਆਂ ਦੇ ਅੰਦਰ ਸਦੀਆਂ ਤਲਕ ਉਹ ਲੋਕ ਜਿਉਂਦੇ ਰਹਿੰਦੇ ਨੇ। ਸਮੇਂ ਦੇ ਰਾਜਿਆਂ ਨੂੰ ਸਮਾਂ ਪਾ ਕੇ ਲੋਕ ਭੁੱਲ ਜਾਂਦੇ ਨੇ ਕਿਉਂਕਿ ਰਾਜੇ ਦੀ ਜਗ੍ਹਾ 'ਤੇ ਨਵਾਂ ਰਾਜਾ ਆ ਜਾਂਦਾ ਹੈ। ਪਰ ਲੋਕ ਹਿੱਤਾਂ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ, ਸੱਚ, ਹੱਕ, ਨਿਆਂ, ਇਨਸਾਫ, ਪਰਉਪਕਾਰ ਦੇ ਲਈ ਆਪਣਾ ਜੀਵਨ ਜੀਣ ਵਾਲੇ ਲੋਕ ਆਮ ਨਹੀਂ ਹੁੰਦੇ ਅਤੇ ਬਹੁਤ ਥੋੜ੍ਹੇ ਹੁੰਦੇ ਨੇ। ਅਜਿਹੇ ਲੋਕ ਸਦੀਵ ਕਾਲ ਲੋਕਾਂ ਦੀਆਂ ਸੁਰਤਾਂ ਦੇ ਉੱਤੇ ਰਾਜ ਕਰਦੇ ਨੇ। ਐਸੇ ਲੋਕਾਂ ਨੂੰ ਧਰਮ ਦਾ ਬਿੰਬ ਮੰਨਿਆ ਜਾਂਦਾ ਹੈ, ਇਨਸਾਫ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਸੱਚ ਦੇ ਹਿੱਤੂ ਮੰਨਿਆ ਜਾਂਦਾ ਹੈ। ਐਸੇ ਲੋਕਾਂ ਦਾ ਨਾਮ ਲੈਣਾ ਹੀ ਲੋਕਾਂ ਵਾਸਤੇ ਇਬਾਦਤ ਬਣ ਜਾਂਦੀ ਹੈ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਹੈ। ਸਤਿਗੁਰੂ ਜਿੱਥੇ ਆਖਦੇ ਨੇ, ਨਿਹਚਲ ਏਕ ਖੁਦਾਏ ਏਕ ਬੰਦਾ ਅਬਿਨਾਸ਼ੀ, ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਗੁਰੂ ਅਰਜਨ ਸਾਹਿਬ ਜੀ ਨੇ ਇਹ ਵਾਕ ਕੇਵਲ ਕਹੇ ਹੀ ਨਹੀਂ, ਇਹਨਾਂ ਵਾਕਾਂ ਨੂੰ ਉਹਨਾਂ ਨੇ ਆਪਣੇ ਅਨੁਭਵ ਵਿੱਚੋਂ ਉਚਾਰਿਆ।
ਸੱਚ ਦੇ ਮਾਰਗ ਉੱਤੇ ਚੱਲਦੇ ਰਹਿਣਾ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਸੱਚ ਨੂੰ ਦ੍ਰਿੜ ਕੀਤਾ ਹੋਵੇ, ਸੱਚ ਨੂੰ ਤੁਸੀਂ ਆਤਮਸਾਤ ਕੀਤਾ ਹੋਵੇ, ਸੱਚ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਹੰਢਾਇਆ, ਮਾਣਿਆ ਤੇ ਜੀਵਿਆ ਹੋਵੇ। ਫਿਰ ਹੀ ਤੁਸੀਂ ਉਸ ਸੱਚ ਨੂੰ ਇੰਪਲੀਮੈਂਟ ਕਰ ਸਕਦੇ ਹੋ, ਫਿਰ ਹੀ ਤੁਸੀਂ ਉਸ ਸੱਚ ਦੇ ਮਾਰਗ ਦੇ ਉੱਤੇ ਦ੍ਰਿੜਤਾ ਤੇ ਸਿਦਕ ਦਿਲੀ ਨਾਲ ਚੱਲ ਸਕਦੇ ਹੋ। ਸੱਚ ਨਾਲ ਇੱਕ ਸੁਰਤਾ ਹੀ ਗੁਰਮਤ ਵਿੱਚ ਕਿਮ ਸਚਿਆਰਾ ਹੋਈ ਹੈ, ਕਿਮ ਕੂੜੈ ਟੁੱਟੈ ਪਾਲ ਦਾ ਮਾਰਗ ਹੈ। ਧਿਆਨ ਵਿੱਚ ਰੱਖੀਏ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੱਚ ਦੇ ਮਾਰਗ ਦੀ ਗੱਲ ਕੀਤੀ ਹੈ, ਅਤੇ ਜਦੋਂ ਸੱਚ ਦੇ ਮਾਰਗ ਦੇ ਉੱਤੇ ਕਦਮ ਧਰੇ ਜਾਂਦੇ ਨੇ ਤੇ ਝੂਠ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਵਿਪਦਾਵਾਂ ਦਿੱਤੀਆਂ ਜਾਂਦੀਆਂ ਨੇ ਤੋਹਫੇ ਦੇ ਵਿੱਚ, ਭੇਟ ਦੇ ਵਿੱਚ। ਜਿਵੇਂ ਜੇ ਉਹ ਝੂਠ ਧਾਰਮਿਕ ਦਾਇਰੇ ਵਿੱਚ ਫੈਲਿਆ, ਤੁਹਾਨੂੰ ਉਹਦਾ ਵੀ ਵਿਰੋਧ ਸਹਿਣਾ ਪਏਗਾ। ਜੇ ਉਹ ਝੂਠ ਰਾਜਨੀਤਿਕ ਗਲਿਆਰਿਆਂ ਵਿੱਚ ਫੈਲਿਆ, ਤੁਹਾਨੂੰ ਉਹਦਾ ਵੀ ਵਿਰੋਧ ਸਾਹਮਣਾ, ਉਸ ਵਿਰੋਧ ਦਾ ਵੀ ਸਾਹਮਣਾ ਕਰਨਾ ਪਏਗਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੇ ਅੰਦਰ ਅਫਸਰਸ਼ਾਹੀ ਦਾ ਵਿਰੋਧ ਬੜਾ ਨੇੜਿਓਂ ਹੋ ਕੇ ਵੇਖਿਆ। ਆਪਾਂ ਇਤਿਹਾਸ ਦੇ ਇਹ ਘਟਨਾਕ੍ਰਮ ਵਿਚਾਰੀਏ ਜਿੱਥੇ ਸੁਲਹੀ ਖਾਂ ਵਰਗੇ ਇਨਸਾਨ ਹਮਲਾਵਰ ਹੋ ਕੇ ਗੁਰੂ ਸਾਹਿਬ 'ਤੇ ਆ ਰਹੇ ਨੇ। ਉਹਦੇ ਪਿਛੋਕੜ ਵਿੱਚ ਕਈ ਕਾਰਨ ਨੇ। ਸੁਲਹੀ ਖਾਨ ਦਾ ਕਿਹਾ ਜਾਂਦਾ ਹੈ ਕਿ ਬਾਬਾ ਪ੍ਰਿਥੀ ਚੰਦ ਨਾਲ ਵੀ ਨੇੜ ਸੀ, ਪਰ ਇਹ ਵੀ ਹੋ ਸਕਦਾ ਹੈ ਕਿ ਬਾਬਾ ਪ੍ਰਿਥੀ ਚੰਦ ਵਰਗਿਆਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ ਹੀ ਸਮੇਂ ਦੀ ਬਿਊਰੋਕ੍ਰੇਸੀ, ਸਮੇਂ ਦੀ ਅਫਸਰਸ਼ਾਹੀ ਵਰਤਦੀ ਹੋਵੇ, ਇੱਕ ਵੱਖਰਾ ਵਿਸ਼ਾ ਹੈ। ਪਰ ਇੰਨਾ ਜ਼ਰੂਰ ਹੈ, ਸੁਲਹੀ ਖਾਨ ਇੱਕ ਸਰਕਾਰੀ ਆਫੀਸਰ ਹੈ। ਇੱਕ ਅਫਸਰ ਹੋਣ ਦੇ ਨਾਤੇ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨਾਲ ਦਿਲੋਂ ਖੌਰ ਰੱਖਦਾ ਹੈ, ਖਾਰ ਖਾਂਦਾ ਹੈ, ਦਵੈਸ਼ ਰੱਖਦਾ ਹੈ। ਆਪਾਂ ਚੰਦੂ ਦਾ ਜ਼ਿਕਰ ਇਤਿਹਾਸ ਵਿੱਚ ਪੜ੍ਹਦੇ ਹਾਂ। ਚੰਦੂ ਵੀ ਇੱਕ ਸਮੇਂ ਦਾ ਅਫਸਰ ਹੈ, ਮਾਲ ਅਫਸਰ, ਔਰ ਉਹਦੇ ਦਿਲ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪ੍ਰਤੀ ਕਿੰਨੀ ਨਫ਼ਰਤ ਹੈ। ਔਰ ਮੈਂ ਇਹ ਵੀ ਜ਼ਿਕਰ ਕੀਤਾ ਸੀ ਕਿ ਹਾਕਮ ਬਦਲ ਜਾਂਦੇ ਹਨ, ਅਫਸਰਸ਼ਾਹੀ ਦੇਰ ਤੱਕ ਕੰਮ ਕਰਦੀ ਹੈ। ਅਫਸਰਸ਼ਾਹੀ ਜਿਹੋ ਜਿਹਾ ਮਾਹੌਲ ਸਿਰਜ ਦਿੰਦੀ ਹੈ, ਉਹ ਮਾਹੌਲ ਨੂੰ ਮਿਟਾਉਣਾ ਅਤੇ ਬਦਲਣਾ ਬਹੁਤ ਲੰਬੀ ਗੱਲ ਹੋ ਜਾਂਦੀ ਹੈ। ਇੱਥੋਂ ਸਾਨੂੰ ਅੰਦਾਜ਼ਾ ਲੱਗਦਾ ਹੈ ਜਦੋਂ ਅਸੀਂ ਚੰਦੂ ਵਰਗੇ ਮਨੁੱਖਾਂ ਦੇ ਕਿਰਦਾਰ ਨੂੰ ਪੜ੍ਹਦੇ ਹਾਂ ਅਤੇ ਉਹਨਾਂ ਦੀ ਕਾਰਗੁਜ਼ਾਰੀ ਵੇਖਦੇ ਹਾਂ, ਜਦੋਂ ਅਸੀਂ ਸੁਲਹੀ ਖਾਨ ਵਰਗੇ ਮਨੁੱਖਾਂ ਦਾ ਗੁਰੂ ਸਾਹਿਬ ਜੀ ਦੇ ਉੱਤੇ ਚੜ੍ਹ ਕੇ ਆਉਣਾ, ਭਾਵੇਂ ਕਿ ਸੁਲਹੀ ਖਾਨ ਆਪਣੇ ਕਿਸੇ ਘਟਨਾਕ੍ਰਮ ਕਰਕੇ ਰਸਤੇ ਵਿੱਚ ਹੀ ਫੌਤ ਹੋ ਗਿਆ, ਉਹ ਰਸਤੇ ਵਿੱਚ ਹੀ ਚਲਾਣਾ ਕਰ ਗਿਆ, ਪਰ ਇਹ ਘਟਨਾ ਸਾਨੂੰ ਜ਼ਰੂਰ ਦੱਸ ਦਿੰਦੀ ਹੈ ਕਿ ਅਫਸਰਸ਼ਾਹੀ ਦਾ ਮਨ ਕਿਸ ਕਦਰ ਕੁਝ ਨੀਤੀਆਂ ਕਰਕੇ ਬਦਲਿਆ ਹੋਇਆ ਸੀ ਕਿ ਉਹ ਆਪਣੇ ਸਵਾਰਥ ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਕਈ ਔਂਕੜਾਂ ਅਤੇ ਮੁਸ਼ਕਲਾਂ ਖੜੀਆਂ ਕਰ ਰਹੇ ਸਨ। ਅਤੇ ਗੱਲ ਕੇਵਲ ਇੱਥੇ ਨਹੀਂ ਰੁਕਦੀ। ਬੇਲਗਾਮ ਅਫਸਰਸ਼ਾਹੀ ਕਿਸੇ ਨਾ ਕਿਸੇ ਕਾਰਨ ਹੀ ਇੰਨੀ ਬੇਲਗਾਮੀ ਨੂੰ ਹੰਢਾਉਂਦੀ ਹੈ, ਇਹੋ ਜਿਹੇ ਫੈਸਲੇ ਲੈਂਦੀ ਹੈ, ਇਹੋ ਜਿਹੇ ਕਰਮ ਕਰਦੀ ਹੈ, ਕਿਉਂਕਿ ਅਫਸਰਾਂ ਦੇ ਪਿੱਛੇ ਵੀ ਸਮੇਂ ਦੇ ਰਾਜਨੀਤਿਕ ਲੋਕਾਂ ਦੀ ਇੱਕ ਤਾਕਤ ਖੜੀ ਹੁੰਦੀ ਹੈ। ਰਾਜਨੀਤਿਕ ਲੋਕ ਅਤੇ ਅਫਸਰਸ਼ਾਹੀ ਰਲ ਮਿਲ ਕੇ ਕੰਮ ਕਰਦੇ ਨੇ। ਕਈ ਵਾਰ ਐਸਾ ਵੀ ਵਾਪਰਦਾ ਹੈ, ਰਾਜਨੀਤੀ ਦੇ ਗਲਿਆਰਿਆਂ ਵਿੱਚ ਰਾਜਨੀਤਿਕ ਚਿਹਰਿਆਂ ਦੀ ਅਦਲਾ ਬਦਲੀ ਅਤੇ ਉਹਨਾਂ ਨੂੰ ਵਰਤਣਾ ਅਫਸਰਸ਼ਾਹੀ ਦੇ ਹੱਥ ਵਿੱਚ ਹੁੰਦਾ ਹੈ। ਅਤੇ ਇਹ ਵੀ ਹੁੰਦਾ ਹੈ ਵੀ ਰਾਜਨੀਤਿਕ ਲੋਕ ਅਫਸਰਾਂ ਨੂੰ ਵੀ ਆਪਣੇ ਹਿੱਤਾਂ ਵਾਸਤੇ ਖੂਬ ਵਰਤਦੇ ਨੇ, ਕਿਉਂਕਿ ਦੋਨਾਂ ਧਿਰਾਂ ਦੇ ਹਿੱਤ, ਦੋਨਾਂ ਧਿਰਾਂ ਦੇ ਸਵਾਰਥ ਆਪਸ ਵਿੱਚ ਬੜੇ ਡੂੰਘੇ ਅਤੇ ਸਾਂਝੇ ਹੁੰਦੇ ਨੇ। ਤੀਜੀ ਧਿਰ ਹੁੰਦੀ ਹੈ ਨਿਆਂਪਾਲਕਾ, ਜਿਸ ਦਾ ਕੰਮ ਹੈ ਜੋ ਜ਼ੁਰਮ ਕਰਦਾ ਹੈ, ਜਿਹੜਾ ਮਨੁੱਖ ਕਾਨੂੰਨ ਦੇ ਉਲਟ ਚੱਲਦਾ ਹੈ, ਜਿਹੜਾ ਸਮੇਂ ਦੀਆਂ ਨੀਤੀਆਂ ਦੇ ਅਨੁਕੂਲ ਨਹੀਂ ਹੈ, ਉਸ ਨੂੰ ਦੰਡ ਦੇਣਾ ਅਤੇ ਕਾਨੂੰਨ ਦੀ ਵਿਵਸਥਾ ਨੂੰ, ਨਿਆਂ ਦੀ ਵਿਵਸਥਾ ਨੂੰ ਕਾਇਮ ਰੱਖਣਾ। ਪਰ ਆਪਾਂ ਇਹ ਵੀ ਇਤਿਹਾਸ ਵਿੱਚ ਵੇਖਿਆ ਵੀ ਜੇ ਕਾਨੂੰਨ ਹੀ ਐਸੇ ਘੜੇ ਜਾਣ ਜਿਹੜੇ ਲੋਕ ਮਾਰੂ ਕਾਨੂੰਨ ਹੋਣ, ਲੋਕ ਹਿੱਤਾਂ ਵਿੱਚ ਨਾ ਹੋਣ, ਤਾਂ ਸੁਭਾਵਿਕ ਹੈ ਉਹ ਚੀਜ਼ ਲੋਕਾਂ ਦੇ ਗਲੇ ਦਾ ਫਾਹਾ ਬਣ ਜਾਂਦੀ ਹੈ। ਪ੍ਰਜਾ ਸੁਖਮਈ ਜੀਵਨ ਬਤੀਤ ਕਰਨ ਦੀ ਬਜਾਏ ਔਖ ਮਹਿਸੂਸ ਕਰਦੀ ਹੈ। ਐਸੇ ਕਾਨੂੰਨਾਂ ਦੇ ਖਿਲਾਫ ਡਟ ਕੇ ਖਲੋਣ ਵਾਲੇ ਲੋਕ ਬਹੁਤ ਕੁਝ ਆਪਣਾ ਗਵਾ ਲੈਂਦੇ ਨੇ, ਪਰ ਲੋਕ ਚੇਤਿਆਂ ਵਿੱਚ ਸਦਾ ਜ਼ਰੂਰ ਜੀਵਤ ਰਹਿ ਜਾਂਦੇ ਨੇ। ਤੋ ਨਿਆਂਪਾਲਕਾ ਜਿਹੜੀ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵਕਤ ਮੁਗਲਸ਼ਾਹੀ ਸੀ। ਮੁਗਲਸ਼ਾਹੀ ਦੇ ਸਮੇਂ ਕਾਜ਼ੀਆਂ ਦੇ ਹੱਥ ਵਿੱਚ ਹੀ ਨਿਆਂ ਸੀ। ਜਿਹੋ ਜਿਹਾ ਨਿਆਂ ਉਹ ਸ਼ਰੀਅਤ ਮੁਤਾਬਕ ਕਰ ਦਿੰਦੇ, ਉਸੇ ਨੂੰ ਹੀ ਪ੍ਰਵਾਨ ਕੀਤਾ ਜਾਂਦਾ ਸੀ। ਜਾਨੀ ਕਿ ਨਿਆਂ ਦਾ ਵਿਧਾਨ ਇੱਕ ਮਜ਼ਹਬੀ ਤੌਰ ਤਰੀਕੇ ਦਾ ਵਿਧਾਨ ਸੀ। ਇਹ ਸਾਰਾ ਕੁਝ ਰਲਾ ਮਿਲਾ ਕੇ ਜਦੋਂ ਅਸੀਂ ਸਮੇਂ ਦੀ ਹਕੂਮਤ, ਸਮੇਂ ਦੀ ਰਾਜਨੀਤਿਕ
ਪਾਲਿਸੀ ਨੂੰ, ਸਮੇਂ ਦੇ ਰਾਜਨੀਤਿਕ ਢਾਂਚੇ ਨੂੰ ਵੇਖਦੇ ਹਾਂ, ਤਾਨਾਸ਼ਾਹੀ ਰਾਜ ਹੈ। ਰਾਜਿਆਂ ਦੇ ਫੈਸਲੇ, ਬਾਦਸ਼ਾਹਾਂ ਦੇ ਫੈਸਲੇ, ਅਫਸਰਸ਼ਾਹੀ ਦੀਆਂ ਮਨਮਾਨੀਆਂ, ਡਿਕਟੇਟਰਸ਼ਿਪ ਹੈ। ਔਰ ਫੈਸਲੇ ਕਰਨ ਵਾਲੇ, ਨਿਆਂ ਕਰਨ ਵਾਲੇ ਜਿਹੜੇ ਜੱਜ, ਨਿਆਂਧੀਸ਼ ਨੇ, ਉਹ ਲੋਕ ਜਿਹੜੇ ਮੁਨਸਫ ਨੇ, ਕਾਜ਼ੀ ਲੋਕ, ਉਹ ਵੀ ਇੱਕ ਮਜ਼ਹਬ ਨਾਲ ਸੰਬੰਧਿਤ ਹੋਣ ਕਰਕੇ ਇੱਕ ਮਜ਼ਹਬ ਦੀ ਕਿਤਾਬ ਦੇ ਅਨੁਕੂਲ ਫੈਸਲੇ ਦਿੰਦੇ ਨੇ। ਇਹਦਾ ਆਮ ਜਨਤਾ 'ਤੇ ਕੀ ਅਸਰ ਪ੍ਰਭਾਵ ਪੈਂਦਾ ਹੋਏਗਾ, ਇਸ ਨੂੰ ਸਮਝਣਾ ਬਹੁਤਾ ਕਠਿਨ ਨਹੀਂ ਹੈ। ਗੁਰੂ ਕਾਲ ਦੇ ਵਿੱਚ ਦੋ ਆਮ ਤੌਰ ਦੇ ਉੱਤੇ ਸਾਮਰਾਜ, ਦੋ ਤਰ੍ਹਾਂ ਦੀਆਂ ਹਕੂਮਤਾਂ ਗੁਰੂ ਕਾਲ ਦੇ ਵਿੱਚ ਆਈਆਂ ਨੇ। ਗੁਰੂ ਨਾਨਕ ਮਹਾਰਾਜ ਦੇ ਸਮੇਂ ਲੋਧੀਆਂ ਦਾ ਰਾਜ ਸੀ ਭਾਰਤ ਉੱਤੇ। ਲੋਧੀਆਂ ਦਾ ਰਾਜ ਮਿਟਣ ਤੋਂ ਬਾਅਦ ਬਾਬਰ ਯਾਨੀ ਕਿ ਮੁਗਲ ਹਕੂਮਤ ਆਈ। ਮੁਗਲ ਹਕੂਮਤ ਨਾਲ ਬੜਾ ਡੂੰਘਾ ਵਾਹ ਵਾਸਤਾ ਗੁਰੂ ਇਤਿਹਾਸ ਦਾ ਰਿਹਾ, ਗੁਰੂ ਕਾਲ ਦਾ ਰਿਹਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ ਤਾਂ ਸਤਿਗੁਰੂ ਨੂੰ ਬਾਬਰ ਦੇ ਕੀਤੇ ਹੋਏ ਜ਼ੁਲਮਾਂ ਦੇ ਖਿਲਾਫ ਬੋਲਣ ਸਦਕਾ ਉਹਨਾਂ ਦੀ ਨਜ਼ਰਬੰਦੀ ਤੇ ਕੈਦ ਵੀ ਸਤਿਗੁਰੂ ਨੂੰ ਕੱਟਣੀ ਪਈ ਸੀ। ਅਸੀਂ ਹਮਾਯੂ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਮੁਲਾਕਾਤ ਦੀ ਉਹ ਘਟਨਾ ਵੀ ਪੜ੍ਹਦੇ ਹਾਂ। ਅਸੀਂ ਇਤਿਹਾਸ ਵਿੱਚ ਅਕਬਰ ਦਾ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਆਉਣਾ ਤੇ ਜਹਾਂਗੀਰ ਦਾ ਜੋ ਰੋਲ ਹੈ ਸਿੱਖ ਇਤਿਹਾਸ ਵਿੱਚ, ਜਾਂ ਗੁਰੂ ਕਾਲ ਨਾਲ ਉਸ ਸਮੇਂ ਦੀਆਂ ਜੋ ਘਟਨਾਵਾਂ ਮੁਗਲ ਹਕੂਮਤ ਦੁਆਰਾ ਘਟਾਈਆਂ ਗਈਆਂ ਨੇ, ਜਹਾਂਗੀਰ ਦਾ ਜੋ ਰੋਲ ਹੈ, ਉਹ ਵੀ ਅਸੀਂ ਇਤਿਹਾਸ ਵਿੱਚ ਬਾਖੂਬੀ ਪੜ੍ਹਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਤੋਂ ਬਾਅਦ ਵਿੱਚ ਵੀ ਹਕੂਮਤ ਨਾਲ ਜਿਸ ਤਰ੍ਹਾਂ ਦਾ ਟਕਰਾਅ ਗੁਰੂ ਪਰਿਵਾਰ ਦਾ, ਗੁਰੂ ਸਿੱਖੀ ਦਾ, ਗੁਰਮਤ ਦੇ ਇਨਕਲਾਬ ਦਾ ਹੋਇਆ, ਉਹ ਵੀ ਆਪਾਂ ਸਾਰੇ ਬਾਖੂਬੀ ਜਾਣਦੇ ਹਾਂ। ਕਿੰਨੀਆਂ ਵੱਡੀਆਂ ਵੱਡੀਆਂ ਘਟਨਾਵਾਂ ਇਤਿਹਾਸ ਵਿੱਚ ਇਸ ਟਕਰਾਅ ਸਦਕਾ ਹੋਈਆਂ ਨੇ। ਗੁਰੂ ਕਾਲ ਤੋਂ ਬਾਅਦ ਪੂਰੀ ਇੱਕ ਪੌਣੀ ਸਦੀ ਲਹੂ ਵੀਟਵੀਂ ਲੜਾਈ ਪੰਜਾਬ ਦੀ ਧਰਤ ਦੇ ਉੱਤੇ ਸਮੇਂ ਦੀ ਮੁਗਲ ਸ਼ਾਹੀ ਦੇ ਖਿਲਾਫ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੱਖਾਂ ਨੇ ਲੜੀ ਹੈ। ਖੈਰ, ਸਾਡਾ ਵਿਸ਼ਾ ਮਹਦੂਦ ਹੈ, ਸੀਮਤ ਹੈ, ਕੇਵਲ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਕਾਲ ਤੱਕ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਣ ਜ਼ਰੂਰ ਰੱਖਣਾ ਚਾਹੁੰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਸਤਿਗੁਰੂ ਦੀ ਬਾਣੀ ਵਿੱਚ ਜ਼ਿਕਰ ਹੈ, ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵਹਿ ਹੈ ਕਾਰ ਅਵਤਾਰੀ। ਕੋਈ ਵਕਤ ਸੀ ਜਦੋਂ ਇਸ ਧਰਤੀ 'ਤੇ ਰਾਜੇ ਨੂੰ ਹੀ ਰੱਬ ਸਮਝਿਆ ਜਾਂਦਾ ਸੀ। ਐਸਾ ਵੀ ਜ਼ਿਕਰ ਸਾਨੂੰ ਮਿਲਦਾ ਕਿ ਜਿਸ ਵੇਲੇ ਲੋਕਾਂ ਨੂੰ ਕੋਈ ਵਿਪਦਾ ਆ ਪੈਣੀ, ਕੁਦਰਤੀ ਆਫਤ ਆ ਜਾਣੀ, ਮੰਨ ਲਓ ਮੀਂਹ ਬਹੁਤ ਪੈਂਦੇ ਨੇ ਜਾਂ ਨਹੀਂ ਪੈਂਦੇ, ਤੂਫਾਨ ਆ ਗਏ, ਹਵਾ ਆ ਗਈ, ਅਕਾਲ ਪੈ ਗਿਆ, ਬਿਮਾਰੀ ਫੈਲ ਗਈ, ਐਸੇ ਸਮੇਂ ਲੋਕ ਰਾਜੇ ਕੋਲ ਜਾ ਕੇ ਫਰਿਆਦ ਕਰਦੇ ਸਨ। ਉਹ ਸਮਝਦੇ ਸਨ ਜਿਹੜਾ ਰਾਜਾ ਹੈ ਇਹੀ ਭਗਵਾਨ ਹੈ, ਇਹੀ ਰੱਬ ਹੈ। ਉਸ ਰਾਜੇ ਨੂੰ ਰੱਬ ਸਮਝ ਕੇ ਉਹਦੇ ਸਾਹਮਣੇ ਫਰਿਆਦੀ ਹੋਣਾ ਤੇ ਉਸ ਨੇ ਝੂਠੇ ਵਿਸ਼ਵਾਸ ਦ੍ਰਿੜ ਕਰਾਉਣੇ ਵੀ ਤੁਸੀਂ ਐਵੇਂ ਕਰੋ, ਇਸ ਤਰ੍ਹਾਂ ਨਾ ਕਰੋ, ਤੁਹਾਡੀਆਂ ਵਿਪਦਾਵਾਂ ਟਲ ਜਾਣਗੀਆਂ। ਅਨਪੜ੍ਹਤਾ ਦਾ ਯੁੱਗ ਸੀ, ਹਨੇਰਗਰਦੀ ਦਾ ਯੁੱਗ ਸੀ। ਇੱਕ ਵਿਅਕਤੀ ਵਿਸ਼ੇਸ਼ ਰਾਜਨੀਤਿਕ ਤੇ ਧਾਰਮਿਕ ਤੇ ਰੂਹਾਨੀ ਸ਼ਕਤੀਆਂ ਦਾ ਕੇਂਦਰ ਮੰਨਿਆ ਜਾਂਦਾ ਸੀ। ਸਮੇਂ ਨੇ ਪਲਟਾ ਖਾਧਾ। ਕੁਝ ਰਹਿਬਰਾਂ, ਪੈਗੰਬਰਾਂ ਤੇ ਰਹਿਨੁਮਾਵਾਂ ਨੇ ਇਸ ਸੰਸਾਰ ਦੇ ਲੋਕਾਂ ਨੂੰ ਦੱਸਿਆ, ਨਹੀਂ, ਇਹ ਰਾਜਾ ਜ਼ਰੂਰ ਹੈ, ਬਾਦਸ਼ਾਹ ਜ਼ਰੂਰ ਹੈ, ਪਰ ਇਹ ਕੋਈ ਖੁਦਾ ਜਾਂ ਰੱਬ ਨਹੀਂ ਹੈ। ਇਹ ਵੀ ਸਾਡੇ ਵਰਗਾ ਇਨਸਾਨ ਹੈ, ਜੰਮਿਆ ਹੈ, ਇਸੇ ਤਰ੍ਹਾਂ ਹੀ ਮਰ ਜਾਏਗਾ। ਇਹ ਖੁਦ ਵੀ ਉਹਨਾਂ ਵਿਪਦਾਵਾਂ ਦਾ ਸ਼ਿਕਾਰ ਹੁੰਦਾ ਹੈ ਜਿਹੜੀਆਂ ਵਿਪਦਾਵਾਂ ਆਮ ਮਨੁੱਖ ਦੇ ਜੀਵਨ ਵਿੱਚ ਵਾਪਰਦੀਆਂ ਨੇ। ਤੋ ਇਸ ਤਰ੍ਹਾਂ ਹੌਲੀ ਹੌਲੀ ਇੱਕ ਸੋਚ ਵਿੱਚ ਬਦਲਾਅ ਆਉਣੇ ਸ਼ੁਰੂ ਹੋਏ। ਉਹਨਾਂ ਪੈਗੰਬਰਾਂ ਨੂੰ ਸਮੇਂ ਦੇ ਉਹਨਾਂ ਹਾਕਮਾਂ ਨੇ ਜਿਹੜੇ ਰੱਬ ਬਣ ਕੇ ਇਸ ਧਰਤੀ 'ਤੇ ਬੈਠੇ ਸਨ ਅਤੇ ਆਪਣੇ ਆਪ ਨੂੰ ਸਾਰੀਆਂ ਰੂਹਾਨੀ ਤਾਕਤਾਂ ਦਾ ਮਾਲਕ ਸਮਝਦੇ ਸਨ, ਉਹਨਾਂ ਵੱਲੋਂ ਘੋਰ ਤਸੀਹੇ ਅਤੇ ਦੁੱਖ ਵੀ ਦਿੱਤੇ ਗਏ। ਐਸਾ ਅਸੀਂ ਬਹੁਤ ਸਾਰੇ ਇਤਿਹਾਸ ਦੇ ਪ੍ਰਮਾਣਾਂ ਵਿੱਚੋਂ ਵੇਖ ਸਕਦੇ ਹਾਂ। ਸਮੇਂ ਨੇ ਪਲਟਾ ਖਾਧਾ ਅਤੇ ਹੌਲੀ ਹੌਲੀ ਧਾਰਮਿਕ ਸੱਤਾ ਕੁਝ ਵਿਅਕਤੀਆਂ ਦੇ ਹੱਥ ਵਿੱਚ ਆ ਗਈ, ਮਜ਼ਹਬੀ ਤਾਕਤ ਅਤੇ ਰਾਜਨੀਤਿਕ ਸੱਤਾ ਇੱਕ ਧਿਰ ਦੇ ਹਿੱਸੇ ਵਿੱਚ ਆ ਗਈ। ਉਹ ਭਰਮ ਟੁੱਟ ਗਿਆ ਕਿ ਇੱਕ ਰਾਜਨੀਤਿਕ ਬੰਦਾ ਰੂਹਾਨੀ ਤਾਕਤਾਂ ਦਾ ਮਾਲਕ ਵੀ ਹੁੰਦਾ ਹੈ, ਜਾਂ ਖੁਦ ਰੱਬ ਹੁੰਦਾ ਹੈ, ਜਾਂ ਕੋਈ ਦੇਵਤਾ ਹੁੰਦਾ ਹੈ। ਪਰ ਰਾਜਨੀਤਿਕ ਤਾਕਤ ਨੇ ਮਜ਼ਹਬੀ ਆਗੂਆਂ ਨੂੰ ਆਪਣੇ ਨੇੜੇ ਕਰਕੇ ਇਹ ਇੱਕ ਐਸਾ ਗੱਠਜੋੜ ਬਣ ਗਿਆ ਜਿਸ ਨੇ ਸੰਸਾਰ ਦੇ ਵਿੱਚ ਬਹੁਤ ਵੱਡਾ ਕਹਿਰ ਵੀ ਵਰਸਾਇਆ। ਅਸੀਂ ਜਿੰਨਾ ਵੀ ਸਿੱਖ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚ ਤੁਸੀਂ ਵੇਖੋਗੇ ਫਤਵਾ ਦੇਣ ਵਾਲਾ ਇੱਕ ਧਾਰਮਿਕ ਆਗੂ ਹੈ, ਕਾਜ਼ੀ, ਮੁਨਸਫ, ਜੱਜ ਦੀ ਪਦਵੀ 'ਤੇ ਬੈਠਾ ਹੋਇਆ। ਉਹਦੇ ਨਾਲ ਇੱਕ ਰਾਜਨੀਤਿਕ ਆਗੂ ਬੈਠਾ ਹੋਇਆ। ਦੋਵਾਂ ਦੀ ਮਿਲੀ ਭੁਗਤ ਤੇ ਗੱਠ ਜੋੜ ਦੇ ਨਾਲ ਫਤਵੇ ਦਿੱਤੇ ਜਾਂਦੇ ਨੇ ਔਰ ਨਾਹਕ ਲੋਕਾਂ ਦੇ ਖੋਪਰ ਲਾਏ ਜਾਂਦੇ ਨੇ। ਮਾਸੂਮ ਬੱਚਿਆਂ ਨੂੰ ਨੀਹਾਂ 'ਚ ਚਿਣਿਆ ਜਾਂਦਾ ਹੈ। 90 ਸਾਲ ਦੇ ਬਜ਼ੁਰਗਾਂ ਦੇ ਬੰਦ ਕੱਟ ਦਿੱਤੇ ਜਾਂਦੇ ਨੇ। ਚਰਖੜੀਆਂ 'ਤੇ ਚਾੜਿਆ ਜਾਂਦਾ ਹੈ। ਕਿਸੇ ਦੀ ਪੁੱਠੀ ਖੱਲ ਲਾਈ ਜਾਂਦੀ ਹੈ।
ਇਹ ਇਸ ਨਾਪਾਕ ਗੱਠ ਜੋੜ ਦੇ ਵਿੱਚੋਂ ਨਿਕਲਿਆ ਹੋਇਆ ਸਾਰਾ ਘਟਨਾਕ੍ਰਮ ਹੈ। ਦੂਜੇ ਪੱਖ ਵਿੱਚ ਆਪਾਂ ਵੇਖੀਏ, ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਵੀ ਸਮੇਂ-ਸਮੇਂ 'ਤੇ ਕੁਝ ਰਾਜੇ ਹੋਏ, ਉਹਨਾਂ ਰਾਜਿਆਂ ਨੂੰ ਸਮਾਂ ਪਾ ਕੇ ਲੋਕ ਅਵਤਾਰ ਕਹਿ ਕੇ ਕਿ ਰੱਬ ਦਾ ਅਵਤਾਰ ਨੇ, ਉਹਨਾਂ ਦੀ ਪੂਜਾ ਅਰਚਨਾ ਕਰਨ ਲੱਗ ਪਏ। ਭਾਰਤ ਦੇ ਵਿੱਚ ਉਹਨਾਂ ਨਿੱਕੇ ਨਿੱਕੇ ਰਜਵਾੜਿਆਂ ਨੂੰ ਰੱਬ ਮੰਨਿਆ ਗਿਆ, ਅਵਤਾਰ ਮੰਨਿਆ ਗਿਆ। ਇੱਕ ਲਫ਼ਜ਼ ਜਿਹੜਾ ਮੁਗਲ ਸ਼ਾਹੀ ਦੇ ਸਮੇਂ ਵਰਤਿਆ ਜਾਂਦਾ ਸੀ ਸਮੇਂ ਦੇ ਬਾਦਸ਼ਾਹ ਦੇ ਲਈ, ਉਹ ਸੀ ਜ਼ਿੱਲੇ ਇਲਾਹੀ। ਜ਼ਿੱਲੇ ਇਲਾਹੀ ਦਾ ਮਤਲਬ ਹੁੰਦਾ ਹੈ ਸ਼ੈਡੋ ਆਫ ਗੋਡ, ਰੱਬ ਦਾ ਧਰਤੀ 'ਤੇ ਪੈ ਰਿਹਾ ਪਰਛਾਵਾਂ। ਇਹਨਾਂ 'ਤੇ ਬਦਲਾਅ ਆ ਗਿਆ ਵੀ ਰਾਜਾ ਰੱਬ ਨਾ ਬਣਿਆ, ਪਰ ਇਹ ਤਾਂ ਜ਼ਰੂਰ ਹੋਇਆ ਵੀ ਇਸ ਬਦਲਾਅ ਦੇ ਵਿੱਚੋਂ ਰਾਜਾ ਆਪਣੇ ਆਪ ਨੂੰ ਬਾਦਸ਼ਾਹ ਜਿਹੜਾ ਸੀ ਉਹ ਰੱਬ ਦਾ ਹੀ ਧਰਤੀ 'ਤੇ ਪਰਛਾਵਾਂ ਹੈ, ਰੱਬ ਦਾ ਹੀ ਥਾਪਿਆ ਹੋਇਆ ਹੈ, ਰੱਬ ਦਾ ਹੀ ਭੇਜਿਆ ਹੋਇਆ ਹੈ। ਇਸ ਤਰ੍ਹਾਂ ਦੇ ਪ੍ਰਭਾਵ ਵੀ ਲੋਕ ਮਨਾਂ ਦੇ ਵਿੱਚ ਉਸਦੇ ਪੈਂਦੇ, ਇਸ ਕਰਕੇ ਉਹਦੇ ਦਰਬਾਰੀ ਉਹਨੂੰ ਜ਼ਿੱਲੇ ਇਲਾਹੀ ਕਹਿ ਕੇ ਬੁਲਾਉਂਦੇ ਕਿ ਖੁਦਾ ਦਾ, ਅੱਲਾਹ ਦਾ, ਰੱਬ ਦਾ ਧਰਤੀ 'ਤੇ ਪੈ ਰਿਹਾ ਪਰਛਾਵਾਂ ਹੈ। ਬਹੁਤ ਵੱਡੇ ਵੱਡੇ ਖੁਤਬੇ ਪੜ੍ਹ ਕੇ ਉਹਨਾਂ ਨੂੰ ਵੱਡੇ ਵੱਡੇ ਧਾਰਮਿਕ ਆਗੂਆਂ ਵੱਲੋਂ ਉੱਚੇ ਉੱਚੇ ਖਿਤਾਬ ਦਿੱਤੇ ਜਾਂਦੇ। ਆਓ ਜਰਾ ਕੁ ਗੁਰਮਤਿ ਦਾ ਪੱਖ ਇਸ ਪ੍ਰਸੰਗ ਵਿੱਚ ਸਮਝ ਲਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਸ ਪ੍ਰਸੰਗ ਵਿੱਚ ਇਹ ਕਹਿਣਾ ਹੈ ਕਿ ਕੋਈ ਵੀ ਹਾਕਮ ਉਹ ਵੀ ਸਾਡੇ ਵਰਗਾ ਇਨਸਾਨ ਹੀ ਹੁੰਦਾ ਹੈ। ਉਹ ਇਨਸਾਨ ਸਾਡੇ ਵਾਂਗ ਹੀ ਪੈਦਾ ਹੋ ਕੇ ਸਾਡੇ ਵਾਂਗ ਹੀ ਦੁੱਖ ਸੁੱਖ ਭਾਵਨਾਵਾਂ ਅਤੇ ਜਜ਼ਬਾਤਾਂ ਦਾ ਸ਼ਿਕਾਰ ਹੁੰਦਾ ਹੈ। ਉਹ ਵੀ ਉਹਦੇ ਅੰਦਰ ਵੀ ਉਸੇ ਤਰ੍ਹਾਂ ਹੀ ਖਿਆਲ ਸੰਕਲਪ ਵਿਕਲਪ ਫੁਰਨੇ ਆਉਂਦੇ ਨੇ। ਉਹਦਾ ਸਰੀਰ ਵੀ ਸਾਡੇ ਵਰਗਾ ਹੀ ਹੁੰਦਾ ਹੈ। ਦੁੱਖ ਸੁੱਖ ਤਕਲੀਫ ਭੁੱਖ ਦਰਦ ਪੀੜਾ ਪ੍ਰੇਮ ਨਫ਼ਰਤ ਈਰਖਾ ਦਵੈਸ਼ ਹਰ ਉਹ ਭਾਵਨਾਵਾਂ ਉਹ ਵੀ ਉਵੇਂ ਹੰਢਾਉਂਦਾ ਹੈ ਜਿਵੇਂ ਇੱਕ ਸਧਾਰਨ ਮਨੁੱਖ ਹੰਢਾਉਂਦਾ ਹੈ। ਉਹ ਵੀ ਇਸੇ ਤਰ੍ਹਾਂ ਹੀ ਸੰਸਾਰ ਤੋਂ ਰੁਖਸਤ ਹੁੰਦਾ ਹੈ ਜਿਵੇਂ ਆਮ ਸਧਾਰਨ ਮਨੁੱਖ ਮਰਦਾ ਹੈ। ਹਾਂ, ਇਹ ਇੱਕ ਸੰਸਾਰ ਹੈ। ਸੰਸਾਰ ਵਿੱਚ ਹਰ ਇੱਕ ਮਨੁੱਖ ਦੀ ਆਪਣੀ ਆਪਣੀ ਇੱਕ ਜ਼ਿੰਮੇਵਾਰੀ ਹੈ। ਜਿਵੇਂ ਇੱਕ ਪਰਿਵਾਰ ਦੇ ਵਿੱਚ ਮਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਹੈ, ਬਾਪ ਆਪਣੀਆਂ ਨਿਭਾਉਂਦਾ ਹੈ, ਬਜ਼ੁਰਗ ਪਰਿਵਾਰ ਦੇ ਜੀਅ ਵੱਖਰੀਆਂ ਵੱਖਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ। ਸਮਾਜ ਹੈ, ਸਮਾਜ ਵਿੱਚ ਕੋਈ ਮਨੁੱਖ ਲੱਕੜ ਦਾ ਕੰਮ ਕਰਦਾ ਹੈ, ਕੋਈ ਲੋਹੇ ਦਾ ਕੰਮ ਕਰਦਾ ਹੈ, ਕੋਈ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ, ਕੋਈ ਮਕਾਨ ਦੀ ਉਸਾਰੀ ਕਰਨ ਦਾ ਕੰਮ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਮਜ਼ਦੂਰੀ ਕਰਦਾ ਹੈ, ਇਹ ਕੋਈ ਪਸ਼ੂ ਪਾਲਦਾ ਹੈ। ਵੱਖਰੇ ਵੱਖਰੇ ਕਿੱਤੇ ਨੇ। ਔਰ ਸਾਡਾ ਸਮਾਜ ਕਿਹੜੀ ਚੀਜ਼ ਨਾਲ ਚੱਲਦਾ ਹੈ? ਸਾਡਾ ਸਮਾਜ ਚੱਲਦਾ ਸਹਿਯੋਗ ਦੇ ਨਾਲ। ਕੋਈ ਕੰਮ ਕਰਕੇ ਉਹਦੀ ਪ੍ਰੋਡਕਸ਼ਨ ਕਰਦਾ ਹੈ ਅਤੇ ਉਹਦੇ ਤੋਂ ਦੂਜੇ ਨੂੰ ਲਾਭ ਹੁੰਦਾ ਹੈ। ਦੂਜਾ ਕੋਈ ਕਾਰਜ ਕਰਦਾ ਹੈ ਅਤੇ ਉਹਦੇ ਤੋਂ ਦੂਜੇ ਨੂੰ ਲਾਭ ਹੁੰਦਾ ਹੈ। ਇਸ ਸਹਿਯੋਗ ਦੇ ਨਾਲ ਸਾਡਾ ਸਮਾਜ ਚੱਲਦਾ ਹੈ। ਸਹਿਯੋਗ ਨਾਲ ਹੀ ਪਰਿਵਾਰ ਚੱਲਦੇ ਨੇ, ਸਹਿਯੋਗ ਨਾਲ ਹੀ ਸਮਾਜ ਚੱਲਦੇ ਨੇ। ਅਤੇ ਇਹੀ ਇੱਕ ਜਿਹੜਾ ਰਾਜਨੀਤਿਕ ਮਨੁੱਖ ਹੈ, ਰਾਜ ਸੱਤਾ 'ਤੇ ਬੈਠਾ, ਗੁਰਮਤਿ ਦਾ ਇਹ ਸੰਕਲਪ ਹੈ, ਇਹ ਅਕੀਦਾ ਹੈ ਕਿ ਜਿਹੜਾ ਮਨੁੱਖ ਕਿਸੇ ਤਾਕਤ ਦਾ ਮਾਲਕ ਹੈ, ਯਾਨੀ ਕਿ ਕਿਸੇ ਵੀ ਪਦਵੀ 'ਤੇ ਬੈਠਾ ਹੋਇਆ, ਭਾਵੇਂ ਉਹ ਸਮਾਜ ਦੀ ਕਿਸੇ ਪਦਵੀ 'ਤੇ ਬੈਠਾ ਹੋਵੇ, ਭਾਵੇਂ ਉਹ ਮਜ਼ਹਬੀ ਕਿਸੇ ਪਦਵੀ 'ਤੇ ਬੈਠਾ ਹੋਵੇ, ਅਤੇ ਭਾਵੇਂ ਉਹ ਰਾਜਨੀਤਿਕ ਪਦਵੀ 'ਤੇ ਬੈਠਾ ਹੋਵੇ, ਉਹਦੀ ਇੱਕ ਜੌਬ ਹੈ, ਉਹਦੀ ਇੱਕ ਡਿਊਟੀ ਹੈ, ਉਹਦਾ ਇੱਕ ਫਰਜ਼ ਹੈ। ਉਸਨੇ ਆਪਣੇ ਫਰਜ਼ ਉਵੇਂ ਹੀ ਪੂਰੇ ਕਰਨੇ ਨੇ ਜਿਵੇਂ ਸਮਾਜ ਵਿੱਚ ਬਾਕੀ ਕਿੱਤਿਆਂ ਵਾਲੇ ਲੋਕ ਆਪਣੇ ਫਰਜ਼ ਪੂਰੇ ਕਰ ਰਹੇ ਨੇ। ਜੇ ਉਹ ਮਨੁੱਖ ਆਪਣਾ ਫਰਜ਼ ਪੂਰਾ ਨਹੀਂ ਕਰਦਾ ਤਾਂ ਇਹਦਾ ਮਤਲਬ ਹੈ ਉਹ ਧਰਮੀ ਨਹੀਂ, ਉਹ ਸਮਾਜ ਦਾ ਨੁਕਸਾਨ ਕਰ ਰਿਹਾ। ਉਹ ਮਨੁੱਖ ਸਮਾਜ ਦੇ ਇਸ ਢਾਂਚੇ ਦੇ ਵਿੱਚ ਇੱਕ ਗਲੀ ਸੜੀ ਚੀਜ਼ ਵਾਂਗ ਪਿਆ ਹੋਇਆ। ਇਸੇ ਲਈ ਗੁਰੂ ਨਾਨਕ ਮਹਾਰਾਜ ਨੇ ਜ਼ਿਕਰ ਕੀਤਾ, ਰਾਜੇ ਚੁਲੀ ਨਿਆਮ ਕੀ। ਇਹ ਬੜੇ ਵੱਡੇ ਅਰਥ ਰੱਖਦਾ ਹੈ ਬਚਨ। ਰਾਜੇ ਦਾ ਕਰਮ ਕੀ ਹੈ? ਪ੍ਰਜਾ ਦੇ ਹਿੱਤਾਂ ਦੀ ਰਾਖੀ ਕਰਨਾ, ਇਨਸਾਫ ਔਰ ਜੋ ਨਿਆਂ ਹੈ ਉਹਦੀ ਸਥਾਪਤੀ ਕਰਨਾ, ਹਰ ਇੱਕ ਮਨੁੱਖ ਮਾਤਰ ਨੂੰ ਬਰਾਬਰ ਸਮਝਣਾ। ਜਿਨ੍ਹਾਂ ਚੀਜ਼ਾਂ ਦੇ ਲਈ ਸਦੀਆਂ ਦਾ ਸਫ਼ਰ ਕਰਕੇ ਅੱਜ ਦੀਆਂ ਇਹ ਸਿਸਟਮ ਸਿਰਜੇ ਗਏ ਮੁਲਕਾਂ ਦੇ ਵਿੱਚ ਕਿ ਇੱਕ ਹਿਊਮਨ ਬੀਇੰਗ, ਇੱਕ ਮਨੁੱਖ ਨੂੰ ਮਨੁੱਖ ਵਾਂਗ ਸਮਝਿਆ ਜਾਏ। ਅੱਜ ਵੀ ਆਪਾਂ ਵੇਖਦੇ ਹਾਂ ਦੁਨੀਆ ਦੇ ਕਿਹੜੇ ਕਿਹੜੇ ਮੁਲਕ ਨੇ ਜਿੱਥੇ ਰੇਸਿਜ਼ਮ ਫੈਲਦਾ ਹੈ। ਕੋਈ ਕਿਸੇ ਨੂੰ ਚਮੜੀ ਕਰਕੇ, ਕੋਈ ਕਿਸੇ ਨੂੰ ਮਜ਼ਹਬ ਕਰਕੇ, ਕੋਈ ਕਿਸੇ ਨੂੰ ਬੋਲੀ ਕਰਕੇ, ਕੋਈ ਕਿਸੇ ਨੂੰ ਪਹਿਰਾਵੇ ਕਰਕੇ, ਕੋਈ ਕਿਸੇ ਨੂੰ ਵੱਖਰੀ ਧਰਤੀ ਦਾ ਬਾਸ਼ਿੰਦਾ ਹੋਣ ਕਰਕੇ ਨਫ਼ਰਤ ਕਰਦਾ ਹੈ। ਤਾਂ ਅੱਜ ਵੀ ਦੁਨੀਆ ਦੇ ਅੰਦਰ ਇੱਕ ਹਲਚਲ ਪੈਦਾ ਹੁੰਦੀ ਹੈ ਔਰ ਇਹਨਾਂ ਚੀਜ਼ਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ, ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਜਾਂਦਾ ਹੈ ਕਿ ਗਲਤ ਹੈ। ਪਰ ਇਹ ਚੀਜ਼ ਅੱਜ ਦੇ ਯੁੱਗ ਵਿੱਚ ਵੀ ਹੈ। ਇਸ ਧਰਤੀ ਦੇ ਉੱਤੇ ਕਿੰਨੇ ਮੁਲਕਾਂ ਦੇ ਵਿੱਚ ਨਸਲੀ ਭੇਦਭਾਵ ਹੁੰਦੇ ਨੇ, ਬਰਾਦਰੀ ਕਰਕੇ ਭੇਦਭਾਵ ਹੁੰਦੇ ਨੇ, ਮਜ਼ਹਬੀ ਭੇਦਭਾਵ ਹੁੰਦੇ ਨੇ,
ਭਾਸ਼ਾਈ ਤੌਰ 'ਤੇ ਨਫ਼ਰਤਾਂ ਫੈਲਦੀਆਂ ਨੇ, ਪਹਿਰਾਵੇ ਕਰਕੇ ਹੇਠ ਕੀਤਾ ਜਾਂਦਾ ਹੈ। ਇਹ ਸਭ ਕੁਝ ਅੱਜ ਵੀ ਹੈ। ਪਰ ਜ਼ਰਾ ਕੁ ਸੋਚ ਕੇ ਵੇਖੋ, ਜਦੋਂ ਤਾਨਾਸ਼ਾਹੀ ਰਾਜ ਸੀ, ਡਿਕਟੇਟਰਸ਼ਿਪ ਸੀ, ਤੇ ਇੱਕ ਮਜ਼ਹਬ ਦੇ ਹੱਥ ਵਿੱਚ ਹੀ ਨਿਆਂਪਾਲਿਕਾ ਸੀ, ਇਹ ਸਾਰਾ ਕੁਝ ਜਿਹੜਾ ਉਸ ਵੇਲੇ ਜੋ ਕੁਝ ਸੀ, ਉਸ ਵੇਲੇ ਕੀ ਹਾਲ ਹੁੰਦਾ ਹੋਏਗਾ। ਉਸ ਵੇਲੇ ਤਾਂ ਕੋਈ ਪ੍ਰੈਸ ਵੀ ਨਹੀਂ ਸੀ, ਉਸ ਵੇਲੇ ਤਾਂ ਕੋਈ ਮੀਡੀਆ ਵੀ ਨਹੀਂ ਸੀ, ਉਸ ਵੇਲੇ ਤਾਂ ਕੋਈ ਇਸ ਤਰ੍ਹਾਂ ਦਾ ਲੋਕਤਾਂਤਰਿਕ ਬਹੁ ਗਿਣਤੀ ਵੀ ਨਹੀਂ ਸੀ ਵੀ 4 ਬੰਦੇ ਜਾ ਕੇ ਧਰਨਾ ਮਾਰ ਕੇ ਮੁਜ਼ਾਹਰਾ ਕਰਕੇ ਸਮੇਂ ਦੀ ਸਰਕਾਰ ਨੂੰ ਹਿਲਾ ਦੇਣ, ਕਿਉਂਕਿ ਕੋਈ ਵੋਟ ਦਾ ਰਾਜ ਨਹੀਂ ਸੀ। ਅੱਜ ਜਿਸ ਨੂੰ ਅਸੀਂ ਡੈਮੋਕ੍ਰੇਸੀ ਜਾਂ ਜਿਸ ਨੂੰ ਅਸੀਂ ਲੋਕਤੰਤਰ ਕਹਿੰਦੇ ਹਾਂ, ਅੱਜ ਵੀ ਮਨੁੱਖੀ ਹੱਕਾਂ ਦੇ, ਮਨੁੱਖੀ ਹਿੱਤਾਂ ਦੇ ਰੱਜ ਕੇ ਘਾਣ ਹੁੰਦੇ ਨੇ। ਸਵਾਰਥ, ਲੋਭ ਤੇ ਹੰਕਾਰ ਵਿੱਚ ਗ੍ਰਸੀ ਹੋਈ ਅਫਸਰਸ਼ਾਹੀ ਤੇ ਸਵਾਰਥ, ਲੋਭ, ਹੰਕਾਰ ਵਿੱਚ ਗ੍ਰਸੇ ਹੋਏ ਰਾਜਨੀਤਿਕ ਸ਼ਾਸਕ ਜਿਹੜੇ ਨੇ, ਜਿਹੜੇ ਹਾਕਮ ਜਿਹੜੇ ਨੇ, ਉਹ ਅੱਜ ਵੀ ਕਿੰਨੀਆਂ ਬੇਨਿਯਮੀਆਂ ਕਰਦੇ ਨੇ, ਕੋਈ ਕਹਿਣ ਦੀ ਹੱਦ ਨਹੀਂ। ਸਧਾਰਨ ਮਨੁੱਖ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਕਿੱਡੀਆਂ ਵੱਡੀਆਂ ਖੇਡਾਂ ਜਿਹੜੀਆਂ ਨੇ ਉਹ ਖੇਡ ਲਈਆਂ ਜਾਂਦੀਆਂ ਨੇ। ਅੱਜ ਵੀ ਰਾਜਨੀਤਿਕ ਸੱਤਾ ਦਾ ਕੰਟਰੋਲ ਲੈਣ ਤੇ ਦੇਣ ਵਾਸਤੇ ਤੇ ਉਹ ਕੰਟਰੋਲ ਬਣਾਈ ਰੱਖਣ ਵਾਸਤੇ ਕਿੰਨੇ ਮਨੁੱਖਾਂ ਦੀ ਬਲੀ ਚਾੜ ਦਿੱਤੀ ਜਾਂਦੀ ਹੈ। ਸਧਾਰਨ ਮਨੁੱਖ ਨੂੰ ਤਾਂ ਕਈ ਸਾਲ ਬਾਅਦ ਜਾ ਕੇ ਪਤਾ ਲੱਗਦਾ ਹੈ ਕਿ ਏਡੀ ਵੱਡੀ ਖੇਡ ਖੇਡੀ ਗਈ ਹੈ ਸਮੇਂ ਦੀ ਸਰਕਾਰ ਵੱਲੋਂ, ਸਮੇਂ ਦੀ ਅਫਸਰਸ਼ਾਹੀ ਵੱਲੋਂ, ਸਮੇਂ ਦੀ ਨਿਆਂਪਾਲਿਕਾ ਵੱਲੋਂ। ਇਹ ਚੀਜ਼ ਇੱਕ ਬੜੇ ਗਹਿਰੇ ਤਲ ਦੇ ਉੱਤੇ ਸੰਸਾਰ ਦੇ ਵਿੱਚ ਆਪਣਾ ਪ੍ਰਭਾਵ ਤੇ ਛਾਪ ਛੱਡਦੀ ਹੈ। ਪਰ ਆਪਾਂ ਜ਼ਿਕਰ ਕਰ ਰਹੇ ਹਾਂ ਉਸ ਵਕਤ ਦਾ ਜਦੋਂ ਤਾਨਾਸ਼ਾਹ ਰਾਜ ਸੀ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਵੇਲੇ ਕੀ ਹਾਲਾਤ ਸਮਾਜ ਵਿੱਚ, ਮੁਲਕ ਵਿੱਚ ਹੁੰਦੇ ਹੋਣਗੇ। ਗੁਰੂ ਸਾਹਿਬ ਮਹਾਰਾਜ ਦੀ ਬਾਣੀ ਦੀ ਵਿਲੱਖਣਤਾ ਪਤਾ ਕੀ ਹੈ? ਗੁਰੂ ਸਾਹਿਬ ਨੇ ਆਪਣੀ ਮੁਬਾਰਕ ਬਾਣੀ ਵਿੱਚ ਸਮੇਂ ਦੇ ਰਾਜਨੀਤਿਕ ਲੋਕਾਂ, ਅਫਸਰਾਂ ਵੱਲੋਂ ਕੀਤੇ ਜਾਂਦੇ ਜ਼ੁਲਮ ਸਿਤਮ ਤੇ ਨਿਆਂਪਾਲਿਕਾ ਤੇ ਕਾਬਜ਼ ਮੁਨਸਫ ਜੱਜਾਂ ਵੱਲੋਂ, ਕਾਜ਼ੀਆਂ ਵੱਲੋਂ ਕੀਤੀਆਂ ਜਾਂਦੀਆਂ ਬੇਇਨਸਾਫੀਆਂ ਨੂੰ ਆਪਣੀ ਬਾਣੀ ਦੇ ਵਿੱਚ ਸਤਿਗੁਰੂ ਨੇ ਭਰਪੂਰ ਖੰਡਨ ਦਾ ਵਿਸ਼ਾ ਬਣਾਇਆ। ਸਤਿਗੁਰੂ ਜਦੋਂ ਇਹ ਕਹਿੰਦੇ ਕਾਜ਼ੀ ਹੋਏ ਕਿ ਬਹਿ ਨਿਆਏ ਫੇਰੇ ਤਸਬੀਹ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਜਦੋਂ ਸਤਿਗੁਰੂ ਇਹ ਕਹਿੰਦੇ ਨੇ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਾਂ ਚੜਿਆ। ਕਿਤੇ ਸਤਿਗੁਰੂ ਮਹਾਰਾਜ ਇਹ ਕਹਿੰਦੇ ਨੇ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ, ਜਗਾਇਨ ਬੈਠੇ ਸੁੱਤੇ, ਚਾਕਰ ਨਹੰਦਾ ਪਾਇਨ ਖਾਓ, ਰਤ ਪਿਤ ਕੁੱਤੇ ਹੋ ਚਟ ਜਾਓ। ਇਹ ਸਮੁੱਚੇ ਸਤਿਗੁਰੂ ਨੇ ਸ਼ਲੋਕ ਵਿੱਚ ਸਮੇਂ ਦੇ ਹਾਕਮ, ਸਮੇਂ ਦੀ ਅਫਸਰਸ਼ਾਹੀ, ਸਮੇਂ ਦੀ ਨਿਆਂਪਾਲਿਕਾ ਸਾਰਿਆਂ ਨੂੰ ਇੱਕ ਦਾਇਰੇ ਵਿੱਚ ਬੰਨ੍ਹ ਕੇ ਉਹਨਾਂ ਦਾ ਇੱਕ ਮੁਲਾਂਕਣ ਸਾਡੇ ਸਾਹਮਣੇ, ਇੱਕ ਤਸਵੀਰ ਖਿੱਚ ਕੇ ਪੇਸ਼ ਕੀਤੀ ਹੈ। ਤੋ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਬਾਬਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਕੈਦ ਵੀ ਕੱਟਣੀ ਪਈ। ਇਹ ਸਾਰਾ ਘਟਨਾਕ੍ਰਮ ਇਸ ਰੂਪ ਵਿੱਚ ਚੱਲ ਰਿਹਾ। ਤੋ ਉਸ ਸ਼ਬਦ ਜ਼ਿਲੇ ਲਾਹੀ ਜਿਹੜਾ ਸੀ, ਉਹਦਾ ਮਤਲਬ ਸੀ ਵੀ ਇਸ ਧਰਤੀ ਦੇ ਉੱਤੇ ਖੁਦਾ ਦਾ ਪਰਛਾਵਾਂ ਹੈ। ਇੱਥੋਂ ਤੁਸੀਂ ਉਹਨਾਂ ਦੇ ਸਟੇਟਸ ਨੂੰ ਤੈਅ ਕਰ ਸਕਦੇ ਹੋ ਵੀ ਇੱਕ ਬਾਦਸ਼ਾਹ ਦਾ, ਇੱਕ ਰਾਜੇ ਦਾ ਸਟੇਟਸ ਕੀ ਹੈ। ਹਾਲਾਂਕਿ ਮੈਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਵੀ ਗੁਰਬਾਣੀ ਦਾ ਜਿਹੜਾ ਆਸ਼ਾ ਹੈ, ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਬੜੇ ਸਾਮਰਾਜ ਪੈਦਾ ਹੋਏ, ਬੜੇ ਚਲੇ ਗਏ, ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹਟ ਪਟਣ ਬਾਜ਼ਾਰ ਹੁਕਮੀ ਟੈਸੀਓ। ਸਤਿਗੁਰੂ ਆਖਦੇ ਨੇ ਕਿੰਨੇ ਰਾਜੇ ਆਏ, ਕਿੰਨੇ ਚਲੇ ਗਏ, ਕਿੰਨੀਆਂ ਹਕੂਮਤਾਂ ਆਈਆਂ, ਕਿੰਨੀਆਂ ਬਿਨਸ ਗਈਆਂ। ਹੁਣ ਇਹ ਜਿਹੜਾ ਥਾਟ ਹੈ, ਇਹ ਜਿਹੜਾ ਵਿਚਾਰ ਹੈ, ਇਹ ਸੁਧਾਰੀਕਰਨ ਕਰਦਾ ਹੈ ਵੀ ਸਧਾਰਨ ਹੈ ਬਾਦਸ਼ਾਹ, ਰਾਜਾ, ਹਾਕਮ, ਉਹ ਕੋਈ ਖੁਦਾ ਨਹੀਂ ਜਾਂ ਕੋਈ ਅਸਮਾਨ ਤੋਂ ਉਤਰੀ ਹੋਈ ਕੋਈ ਖਾਸ ਹਸਤੀ ਨਹੀਂ। ਹਾਂ, ਉਹਦੀ ਇੱਕ ਜ਼ਿੰਮੇਵਾਰੀ ਵੱਡੀ ਹੈ, ਉਹਦੀ ਜ਼ਿੰਮੇਵਾਰੀ, ਉਹਦਾ ਅਹੁਦਾ ਵੱਡਾ ਹੈ ਤੇ ਉਹਦੇ ਅਹੁਦੇ ਦੇ ਮੁਤਾਬਕ ਉਹਦਾ ਫਰਜ਼ ਵੀ ਬੜਾ ਵੱਡਾ ਹੈ, ਉਹਦੀ ਜ਼ਿੰਮੇਵਾਰੀ ਵੀ ਬੜੀ ਵੱਡੀ ਹੈ। ਉਹ ਆਪਣੀਆਂ ਜ਼ਿੰਮੇਵਾਰੀਆਂ ਦੇ ਕੱਦ ਮੁਤਾਬਕ ਜੇ ਕਾਰਜ ਨਹੀਂ ਕਰਦਾ ਤਾਂ ਉਹ ਸਮਾਜ ਤੇ ਸੰਸਾਰ ਨੂੰ ਕੁਰਾਹੇ ਪਾ ਦਿੰਦਾ ਹੈ। ਇਸ ਲਈ ਸਤਿਗੁਰੂ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਕੋਈ ਰਾਜਿਆਂ ਨੂੰ ਵਡਿਆਇਆ ਨਹੀਂ। ਮੈਂ ਇੱਕ ਉਦਾਹਰਣ ਤੁਹਾਡੇ ਸਾਹਮਣੇ ਰੱਖਦਾ। ਤੁਲਸੀਦਾਸ ਜਿਨ੍ਹਾਂ ਨੇ ਰਾਮਚਰਿਤ ਮਾਨਸ ਲਿਖਿਆ, ਤੁਲਸੀਦਾਸ ਜੀ ਦਾ ਜਨਮ 1511 ਈਸਵੀ ਦੇ ਵਿੱਚ ਯੂਪੀ ਦੇ ਚਿੱਤਰਕੂਟ ਦੇ ਰਾਜਾਪੁਰ ਪਿੰਡ ਦੇ ਵਿੱਚ ਹੋਇਆ ਅਤੇ ਉਹਨਾਂ ਦੀ ਮੌਤ 1623 ਈਸਵੀ ਦੇ ਵਿੱਚ ਵਾਰਾਣਸੀ ਦੇ ਵਿੱਚ ਹੋਈ। ਤੁਲਸੀਦਾਸ ਨੇ 1574-75 ਦੇ ਵਿੱਚ ਰਾਮਚਰਿਤ ਮਾਨਸ ਦੀ ਰਚਨਾ ਕੀਤੀ, ਜਿਸ ਨੂੰ ਰਾਮਾਇਣ ਵੀ ਕਹਿ ਦਿੱਤਾ ਜਾਂਦਾ ਹੈ। ਹੁਣ ਤੁਸੀਂ ਵੇਖੋ, ਰਾਮਚਰਿਤ ਮਾਨਸ ਲਿਖਿਆ ਜਿਹੜਾ ਸਭ ਤੋਂ ਵੱਧ ਮਕਬੂਲ ਹੈ ਭਾਰਤ ਦੇ ਵਿੱਚ। ਤੁਲਸੀਦਾਸ ਅਕਬਰ ਅਤੇ ਜਹਾਂਗੀਰ ਬਾਦਸ਼ਾਹ ਦਾ ਸਮਕਾਲੀ ਸੀ। ਰਾਮਚਰਿਤ ਮਾਨਸ ਦੇ ਅਯੁੱਧਿਆ ਕਾਂਡ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ। ਘਟਨਾ ਇਉਂ ਹੈ ਕਿ ਮੰਥਰਾ ਨਾਮ ਦੀ ਦਾਸੀ
ਜਿਹੜੀ ਕਿ ਕੈਕਈ ਭਰਤ ਦੀ ਮਾਤਾ, ਕਿਉਂਕਿ ਦਸ਼ਰਥ ਦੀਆਂ ਵਧੀਕ ਪਤਨੀਆਂ ਸਨ। ਇੱਕ ਸੀ ਕੈਕਈ, ਕੈਕਈ ਭਰਤ ਦੀ ਮਾਤਾ ਹੈ। ਅਤੇ ਕੈਕਈ ਦੀ ਇੱਕ ਦਾਸੀ, ਇੱਕ ਨੌਕਰਾਣੀ ਸੀ ਜਿਹਦਾ ਨਾਂ ਹੈ ਮੰਥਰਾ। ਮੰਥਰਾ ਬਾਹਰ ਟਹਿਲ ਰਹੀ ਹੈ ਅਤੇ ਉਸ ਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਵੀ ਸੱਜ ਤੱਜ ਫੁੱਲ ਬੂਟੇ ਲਾਏ ਜਾ ਰਹੇ ਨੇ, ਮਹਿਲ ਨੂੰ ਸ਼ਿੰਗਾਰਿਆ ਸਵਾਰਿਆ ਜਾ ਰਿਹਾ। ਅਤੇ ਉਸ ਨੇ ਪੁੱਛਿਆ ਵੀ ਕੀ ਪ੍ਰੋਗਰਾਮ, ਕੀ ਇੱਥੇ ਸਮਾਗਮ ਕੀ ਹੋਣ ਵਾਲਾ ਹੈ ਵੀ ਇੰਨੀ ਸੱਜ ਤੱਜ ਘਰ ਦੀ ਜਾਂ ਮਹਿਲ ਦੀ ਕੀਤੀ ਜਾ ਰਹੀ ਹੈ। ਉਸ ਨੂੰ ਪੁੱਛਣ ਦੇ ਉੱਤੇ ਕਿਸੇ ਨੇ ਦੱਸਿਆ ਕਿ ਰਾਮ ਦਾ ਰਾਜ ਤਿਲਕ ਹੋਣਾ ਹੈ, ਯਾਨੀ ਕਿ ਦਸ਼ਰਥ ਜੀ ਨੇ ਆਪਣੀ ਜਗ੍ਹਾ ਦੇ ਉੱਤੇ ਰਾਮ ਜੀ ਨੂੰ ਅਪੁਆਇੰਟ ਕਰ ਲਿਆ, ਨਿਯਤ ਕਰ ਲਿਆ, ਅਤੇ ਉਹਨਾਂ ਨੂੰ ਹੁਣ ਅੱਗੇ ਆਪਣਾ ਉੱਤਰਾਧਿਕਾਰੀ ਬਣਾਉਣਾ। ਅਯੁੱਧਿਆ ਦਾ ਰਾਜਾ ਸ਼੍ਰੀ ਰਾਮ ਹੋਣਗੇ। ਇਹ ਗੱਲ ਜਿਸ ਵੇਲੇ ਮੰਥਰਾ ਦਾਸੀ ਨੇ ਸੁਣੀ ਤੇ ਉਹ ਜਾ ਕੇ ਕੈਕਈ ਦੇ ਕੰਨ ਵਿੱਚ ਆਖਦੀ ਹੈ, ਕਹਿਣ ਲੱਗੀ ਤੁਸਾਂ ਕੁਝ ਸੁਣਿਆ? ਉਹ ਕਹਿਣ ਲੱਗੀ ਕੀ? ਕਹਿੰਦੀ ਵੀ ਕੌਸ਼ਲਿਆ ਦਾ ਪੁੱਤਰ ਸ਼੍ਰੀ ਰਾਮ ਤਖਤ ਉੱਤੇ ਬਹਿ ਰਿਹਾ, ਉਹ ਦਸ਼ਰਥ ਤੋਂ ਬਾਅਦ ਰਾਜਾ ਬਣੇਗਾ ਅਤੇ ਤੁਹਾਨੂੰ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ। ਇਸ ਗੱਲ ਉੱਤੇ ਕੈਕਈ ਉਸ ਨੂੰ ਟੋਕਦੀ ਹੈ ਵੀ ਤੂੰ ਇਹੋ ਜਿਹੀਆਂ ਗੱਲਾਂ ਮੇਰੇ ਕੋਲ ਆ ਕੇ ਕਿਉਂ ਕਰਦੀ ਹੈ। ਇਸ ਟੋਕਾ ਟਕਾਈ ਦੇ ਵਿੱਚ ਮੰਥਰਾ ਦਾਸੀ ਦੇ ਮੂੰਹੋਂ ਤੁਲਸੀਦਾਸ ਜੀ ਨੇ ਇੱਕ ਬਚਨ ਕਢਾਇਆ। ਉਹ ਕੀ ਹੈ? ਕੋਊ ਨ੍ਰਿਪ ਹੋਊ ਹਮੇ ਕਿਆ ਹਾਨੀ, ਚੇਰੀ ਛਾਂਡ ਨਾ ਹੋਊ ਰਾਨੀ। ਇਸ ਦਾ ਭਾਵ ਹੈ ਵੀ ਕੋਈ ਰਾਜਾ ਹੋਵੇ, ਸਾਨੂੰ ਕੀ ਫਰਕ ਪੈਂਦਾ? ਜਿਹੜੀਆਂ ਗੁਲਾਮ ਨੇ, ਜਿਹੜੀਆਂ ਦਾਸੀਆਂ ਨੇ, ਉਹਨਾਂ ਨੇ ਕਿਹੜਾ ਰਾਣੀਆਂ ਬਣ ਜਾਣਾ ਰਾਜ ਬਦਲਣ ਦੇ ਨਾਲ? ਦਾਸੀਆਂ ਨੇ ਤਾਂ ਦਾਸੀਆਂ ਹੀ ਰਹਿਣਾ, ਗੁਲਾਮਾਂ ਨੇ ਗੁਲਾਮ ਹੀ ਰਹਿਣਾ, ਕਮਜ਼ੋਰਾਂ ਨੇ ਕਮਜ਼ੋਰ ਹੀ ਰਹਿਣਾ, ਕਿਰਤੀਆਂ ਨੇ ਕਿਰਤ ਕਰੀ ਜਾਣੀ ਹੈ, ਬਾਦਸ਼ਾਹ ਆਉਂਦੇ ਨੇ ਚਲੇ ਜਾਂਦੇ ਨੇ, ਕੀ ਫਰਕ ਪੈਂਦਾ? ਤੁਲਸੀਦਾਸ ਜੀ ਦੇ ਰਾਮਚਰਿਤ ਮਾਨਸ ਨੂੰ ਘਰ ਘਰ ਪੜ੍ਹਿਆ ਗਿਆ। ਅਕਬਰ ਦੇ ਵੇਲੇ ਲਿਖਿਆ ਗਿਆ ਸੀ। ਜਹਾਂਗੀਰ ਤੇ ਅਕਬਰ ਦੇ ਉਹ ਸਮਕਾਲੀ ਸਨ। ਹੁਣ ਜ਼ਰਾ ਕੁ ਗੌਰ ਕਰਕੇ ਵੇਖੋ, ਰਾਮਚਰਿਤ ਮਾਨਸ ਦੇ ਸਮੁੱਚੇ ਇਸ ਲਿਖਤ ਗ੍ਰੰਥ ਵਿੱਚ ਸਮੇਂ ਦੀ ਸਲਤਨਤ ਨੂੰ ਕਿਧਰੇ ਵੰਗਾਰ ਨਹੀਂ ਪਾਈ ਗਈ। ਹਾਲਾਂਕਿ ਕੋਈ ਇਹ ਬੰਦਾ ਕਹਿ ਸਕਦਾ ਹੈ ਕਿ ਰਾਮਚਰਿਤ ਮਾਨਸ ਇੱਕ ਵਿਸ਼ੇ ਨਾਲ ਸੰਬੰਧਿਤ ਗ੍ਰੰਥ ਹੈ, ਉਹਦੇ ਵਿੱਚ ਸਮੇਂ ਦੇ ਹਕੂਮਤ ਦਾ ਜ਼ਿਕਰ ਨਹੀਂ ਸੀ ਹੋ ਸਕਦਾ। ਪਰ ਜਦੋਂ ਮੰਥਰਾ ਆਪਣੇ ਮੂੰਹ ਤੋਂ ਇਹ ਗੱਲ ਕਹਿੰਦੀ ਹੈ, ਕੋਊ ਨਿਰਪ ਹੋਊ ਹਮੇ ਕਿਆ ਹਾਨੀ, ਕੋਈ ਵੀ ਰਾਜਾ ਹੋਵੇ ਸਾਡਾ ਕੀ ਨੁਕਸਾਨ, ਕੀ ਫਰਕ ਪੈਂਦਾ? ਪਰ ਜ਼ਰਾ ਸੋਚ ਕੇ ਵੇਖੋ ਵੀ ਇਹ ਥਾਟ ਪੜ੍ਹਨ ਵਾਲੇ ਅਤੇ ਸੁਣਨ ਵਾਲੇ ਦੇ ਮਨ ਵਿੱਚ ਕਿੰਨਾ ਗਹਿਰਾ ਅਸਰ ਕਰਦਾ, ਵੀ ਕੀ ਫਰਕ ਪੈਂਦਾ। ਗੁਰੂ ਨਾਨਕ ਦਾ ਦਰ ਇਵੇਂ ਨਹੀਂ ਸੋਚਦਾ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵੀ ਪੋਥੀ ਸਾਹਿਬ ਬਾਣੀ ਦੀ ਸੰਪਾਦਨਾ ਕੀਤੀ ਹੈ। ਉਸ ਪੋਥੀ ਸਾਹਿਬ ਨੂੰ ਪ੍ਰਕਾਸ਼ਮਾਨ ਕੀਤਾ ਦਰਬਾਰ ਸਾਹਿਬ ਵਿੱਚ। ਪਰ ਉਸ ਪੋਥੀ ਸਾਹਿਬ ਦੀ ਬਾਣੀ ਲੋਕਾਂ ਦੀ ਰੂਹ ਦੀ ਖੁਰਾਕ ਬਣਾਈ ਅਤੇ ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਧਰੇ ਵੀ ਇਹ ਨਹੀਂ ਕਿਹਾ ਵੀ ਰਾਜਾ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਆਖਿਆ ਪੈਂਦਾ ਹੈ। ਪਰਿਵਾਰ ਦਾ ਇੱਕ ਜੀ ਜੇਕਰ ਬੇਨਿਯਮੀ ਕਰੇ ਤਾਂ ਸਾਰੇ ਪਰਿਵਾਰ ਨੂੰ ਉਹਦਾ ਫਲ ਭੁਗਤਣਾ ਪੈਂਦਾ। ਸਮਾਜ ਵਿੱਚ ਇੱਕ ਮਨੁੱਖ ਚੋਰੀ ਕਰਦਾ ਹੈ ਅਤੇ ਉਹ ਕਈਆਂ ਦੇ ਉੱਤੇ ਪ੍ਰਭਾਵ ਪਾਉਂਦਾ। ਇੱਕ ਕਾਤਲ ਸਮਾਜ ਵਿੱਚ ਕਈਆਂ ਦੀ ਜਾਨ ਦਾ ਖੌਅ ਬਣਦਾ। ਇੱਕ ਲੁਟੇਰਾ ਕਿੰਨੇ ਲੋਕਾਂ ਦੀ ਮਿਹਨਤ ਦੀ ਪੂੰਜੀ ਹੜੱਪ ਜਾਂਦਾ। ਕਿਉਂ ਫਰਕ ਨਹੀਂ ਪੈਂਦਾ? ਬੜਾ ਫਰਕ ਪੈਂਦਾ। ਜੱਜ ਬੇਇਨਸਾਫੀ ਕਰਨ ਵਾਲਾ ਹੋਵੇ ਅਤੇ ਨਿਆਂ ਦਾ ਗਲਾ ਕੁੱਟਿਆ ਜਾਂਦਾ, ਨਾਹੱਕ ਹੋ ਜਾਂਦਾ। ਸਤਿਗੁਰੂ ਨੇ ਇਸੇ ਕਰਕੇ ਸਮੇਂ ਦੇ ਫੈਸਲਾ ਕਰਨ ਵਾਲੇ ਜੱਜਾਂ ਦੀ ਵੀ ਗੱਲ ਕੀਤੀ, ਅਫਸਰਸ਼ਾਹੀ ਦੀ ਵੀ ਔਰ ਰਾਜਿਆਂ ਦੀ ਵੀ ਗੱਲ ਕੀਤੀ। ਸਤਿਗੁਰੂ ਨੇ ਇਸੇ ਕਰਕੇ ਬਾਣੀ 'ਚ ਕਿਹਾ ਰਾਜੇ ਚੁਲੀ ਨਿਆਮ ਕੀ। ਰਾਜਾ ਜੇ ਨਿਆਂ ਕਰੇ ਤਾਂ ਉਹ ਸੁੱਚਾ ਅਤੇ ਧਰਮੀ ਹੈ, ਜੇ ਉਹ ਨਿਆਂ ਨਹੀਂ ਕਰਦਾ, ਅਨਿਆਂਕਾਰੀ ਹੈ, ਤਾਂ ਉਹ ਲੋਕਾਂ ਦਾ ਲਹੂ ਪੀਂਦਾ ਹੈ। ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਆਂ, ਇਵੇਂ ਜਾਪੈ ਭਾਉ। ਸਤਿਗੁਰੂ ਨੇ ਇਹਨਾਂ ਦੇ ਫੈਕਟ ਨੂੰ ਲਿਆ। ਔਰ ਤੁਸੀਂ ਸੋਚੋ, ਏਡੇ ਏਡੇ ਜਿੱਥੇ ਹੋਰ ਲਿਖਤਾਂ ਲਿਖੀਆਂ ਗਈਆਂ ਹੋਣ ਅਤੇ ਸਮੇਂ ਦੀ ਸੱਤਾ ਨੂੰ ਬਰੀ ਹੀ ਕਰ ਦਿੱਤਾ ਗਿਆ ਹੋਵੇ ਇਹਨੇ ਜ਼ੁਲਮਾਂ ਦੇ ਬਾਵਜੂਦ ਵੀ, ਪਰ ਇੱਕ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਦੀ ਬਾਣੀ ਰਾਜੇ ਰਈਅਤ ਸਿਕਦਾਰ ਕੋਇ ਨਾ ਰਹਿਸੀ ਉਹ ਕਹਿੰਦੀ ਹੈ। ਗੁਰੂ ਅਰਜਨ ਸਾਹਿਬ ਨੇ ਜਿਹੜੇ ਬੋਲ ਕਲਮਬੰਦ ਕੀਤੇ ਨੇ, ਕੋਊ ਹਰ ਸਮਾਨ ਨਹੀਂ ਰਾਜਾ, ਇਹ ਬਾਬਾ ਕਬੀਰ ਸਾਹਿਬ ਦਾ ਵਾਕ ਉਹਨਾਂ ਦੇ ਸਿੱਖ ਦੇ ਹਰ ਕੰਨ ਅਤੇ ਹਰ ਜ਼ਬਾਨ ਤੱਕ, ਹਰ ਸੁਰਤ ਤੱਕ ਪਹੁੰਚਾਇਆ ਸਤਿਗੁਰੂ ਨੇ ਵੀ ਪਰਮੇਸ਼ਰ ਤੋਂ ਬਿਨਾਂ ਕੋਈ ਇਸ ਧਰਤੀ 'ਤੇ ਰਾਜਾ ਨਹੀਂ ਹੈ। ਇਹ ਭੂਪਤ ਸਭ ਦਿਵਸ ਚਾਰਕ ਹੈ। ਇਹ 4 ਦਿਨ ਦੀਆਂ ਖੇਡਾਂ ਨੇ, ਆਏ ਨੇ ਸਾਡੇ ਵਾਂਗ ਚਲੇ ਜਾਣਗੇ। ਹਕੂਮਤਾਂ ਬਦਲਣਗੀਆਂ, ਰਾਜੇ ਬਦਲ ਕੇ ਸਭ ਕੁਝ ਚੇਂਜ ਹੁੰਦਾ ਰਹੇਗਾ। ਇਹ ਚੀਜ਼ ਨੂੰ ਜ਼ਰਾ ਮਹਿਸੂਸ ਕਰਕੇ ਵੇਖੋ ਵੀ ਗੁਰੂ ਸਾਹਿਬ
ਨਾਹਕ ਕਰਨ ਵਾਲੇ, ਮਾੜਾ ਕਰਨ ਵਾਲੇ, ਬੇਇਨਸਾਫੀ ਕਰਨ ਵਾਲੇ ਰਾਜਿਆਂ, ਅਫਸਰਾਂ ਤੇ ਮੁਨਸਫ ਜੱਜਾਂ ਨੂੰ ਵੀ ਬਾਣੀ 'ਚ ਕ੍ਰਿਟੀਸਾਈਜ਼ ਕਰਦੇ ਨੇ ਤੇ ਇਹ ਵੀ ਸੇਧ ਦਿੰਦੇ ਨੇ ਵੀ ਨਿਆਂਕਾਰੀ ਰਾਜੇ ਦਾ ਫਰਜ਼ ਕੀ ਹੈ, ਉਹਦੀ ਜ਼ਿੰਮੇਵਾਰੀ ਕੀ ਹੈ। ਹੁਣ ਇਹ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਧਾਨ ਸਿਰਜਿਆ ਜਾਂ ਇਹ ਜਿਹੜਾ ਉਪਦੇਸ਼ ਦਿੱਤਾ, ਇਹ ਲੋਕਾਂ ਨੂੰ ਆਤਮ ਨਿਰਭਰ ਕਰਦਾ ਹੈ, ਲੋਕਾਂ ਨੂੰ ਸੁਚੇਤ ਕਰਦਾ ਵੀ ਰਾਜਾ ਕੀ ਕਰ ਰਿਹਾ, ਅਫਸਰ ਕੀ ਕਰ ਰਿਹਾ, ਕਾਜ਼ੀ ਕੀ ਕਰ ਰਿਹਾ, ਸਮਾਜ ਦੇ ਵਿੱਚ ਕੋਈ ਮਨੁੱਖ ਕਿਵੇਂ ਕਰ ਰਿਹਾ ਹੈ, ਵਿਚਰ ਰਿਹਾ ਹੈ, ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਕਿ ਨਹੀਂ, ਫਰਜ਼ ਪੂਰੇ ਕਰ ਰਿਹਾ ਕਿ ਨਹੀਂ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਲੋਕਾਂ ਦੇ ਅੰਦਰ ਇਹ ਚੇਤਨਾ ਵਿਕਸਿਤ ਕਰ ਰਹੇ ਨੇ ਆਪਣੀ ਬਾਣੀ ਦੇ ਰਾਹੀਂ। ਹੁਣ ਜ਼ਰਾ ਕਿ ਇੱਥੋਂ ਅੰਦਾਜ਼ਾ ਲਾ ਕੇ ਵੇਖੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਸ ਸੋਚ ਅਧੀਨ ਪੜ੍ਹਦਾ ਹੈ ਜਾਂ ਵਿਚਾਰਦਾ ਹੈ, ਸਤਿਗੁਰੂ ਦੇ ਉਪਦੇਸ਼ ਨਾਲ ਜੁੜਦਾ ਹੈ, ਗੁਰੂ ਦੀ ਗੱਲ ਸੁਣਦਾ ਹੈ, ਕਿ ਉਹ ਕਹਿ ਸਕਦਾ ਵੀ ਮੈਨੂੰ ਕੀ ਫਰਕ ਪੈਂਦਾ, ਕੋਈ ਵੀ ਰਾਜਾ ਹੋਵੇ, ਮੈਨੂੰ ਕੀ ਫਰਕ ਪੈਂਦਾ, ਜੱਜ ਜੋ ਮਰਜ਼ੀ ਫੈਸਲਾ ਕਰਦਾ ਹੈ, ਮੈਨੂੰ ਕੀ ਫਰਕ ਪੈਂਦਾ, ਅਫਸਰ ਜੇ ਲੁੱਟਦਾ ਤੇ ਲੁੱਟੀ ਜਾਏ। ਨਹੀਂ, ਇਸ ਤਰ੍ਹਾਂ ਨਹੀਂ ਹੋਏਗਾ। ਉਹ ਸਮੇਂ ਦੀ ਸ਼ਾਹੀ, ਸਮੇਂ ਦੀ ਸੱਤਾ, ਸਮੇਂ ਦੀ ਤਾਕਤ ਤੇ ਕਾਬਜ਼ ਲੋਕਾਂ ਦੇ ਕੰਮਾਂ ਨੂੰ ਗੌਰ ਨਾਲ ਵੇਖੇਗਾ। ਉਹ ਉਹਨਾਂ ਦੀ ਚੰਗਿਆਈ ਨੂੰ ਵੀ ਪਛਾਣੇਗਾ ਤੇ ਉਹਨਾਂ ਵੱਲੋਂ ਕੀਤੇ ਜਾਂਦੇ ਮੰਦੇ ਕਰਮਾਂ ਨੂੰ ਵੀ ਕ੍ਰਿਟੀਸਾਈਜ਼ ਕਰੇਗਾ। ਉਹ ਜ਼ੁਲਮ ਨੂੰ ਸਿਰ ਸੁੱਟ ਕੇ ਨਹੀਂ ਮੰਨੇਗਾ, ਉਹ ਜ਼ੁਲਮ ਦੇ ਖਿਲਾਫ ਡਟੇਗਾ। ਔਰ ਜ਼ੁਲਮ ਦੇ ਖਿਲਾਫ ਡਟਣ ਲਈ ਤੁਹਾਡੀ ਮਾਨਸਿਕਤਾ ਵਿੱਚ, ਤੁਹਾਡੀ ਸੁਰਤ ਵਿੱਚ ਇਹ ਅਹਿਸਾਸ ਹੋਣਾ ਬੜਾ ਜ਼ਰੂਰੀ ਹੈ ਕਿ ਸਹੀ ਕੀ ਹੈ, ਗਲਤ ਕੀ ਹੈ। ਇਹ ਅਹਿਸਾਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੇ ਦਿਲ, ਦਿਮਾਗ ਤੇ ਸੁਰਤ ਵਿੱਚ ਪੈਦਾ ਕਰ ਰਹੇ ਨੇ। ਇਹੀ ਕਾਰਨ ਹੈ ਕਿ ਸਮੇਂ ਦੀ ਸ਼ਾਹੀ ਤੇ ਅਫਸਰਸ਼ਾਹੀ ਨੂੰ ਗੁਰੂ ਸਾਹਿਬ ਜੀ ਦੇ ਉੱਤੇ ਇਸ ਗੱਲ ਤੋਂ ਖਿਝ ਵੀ ਹੈ। ਉਹ ਮਹਿਸੂਸ ਕਰਦੇ ਨੇ ਵੀ ਜਿੱਥੇ ਬਾਕੀ ਸਾਰੇ ਧਾਰਮਿਕ ਆਗੂ ਲੋਕਾਂ ਨੂੰ ਰੱਬ ਰੱਬ ਕਰਨ ਤੇ ਲਾ ਰਹੇ ਨੇ ਜਾਂ ਲੋਕਾਂ ਨੂੰ ਕੇਵਲ ਧਰਮ ਕਰਮ ਕਰਨ ਤੇ ਤੱਕ ਹੀ ਸੀਮਤ ਨੇ, ਇੱਕ ਐਸਾ ਦਰ ਹੈ ਜਿੱਥੇ ਪਰਮੇਸ਼ਰ ਦੀ ਇਬਾਦਤ, ਸੰਸਾਰ, ਨਿਰੰਕਾਰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਵੇਖਿਆ ਜਾਂਦਾ, ਅਲੱਗ-ਅਲੱਗ ਨਹੀਂ ਵੇਖਿਆ ਜਾਂਦਾ। ਗੁਰੂ ਨਾਨਕ ਮਹਾਰਾਜ ਦਾ ਜਿਹੜਾ ਵਿਚਾਰਧਾਰਕ ਮਤ ਹੈ ਉਹ ਸੰਗਤੀ ਹੈ, ਵਿੱਚ ਸੰਗਤ ਹਰ ਪ੍ਰਵਸ ਹੈ ਜੀਓ। ਤੋ ਅਸੀਂ ਇੱਕ ਤਾਂ ਇਹ ਪੱਖ ਹੈ ਵੀ ਸਮੇਂ ਦੀ ਸੱਤਾ, ਸਮੇਂ ਦੀ ਦਮਨਕਾਰੀ ਨੀਤੀਆਂ ਵਾਲੀ ਸੱਤਾ, ਭਾਵੇਂ ਉਹ ਅਫਸਰਸ਼ਾਹੀਆਂ ਦੁਆਰਾ ਹੋਵੇ, ਭਾਵੇਂ ਉਹ ਨਿਆਂਪਾਲਕਾਂ ਦੁਆਰਾ ਹੋਵੇ ਜਾਂ ਚਾਹੇ ਹਾਕਮਾਂ ਦੁਆਰਾ ਹੋਵੇ, ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਕਰਦੇ। ਔਰ ਇੱਕ ਐਸੇ ਸਮਾਜ ਦੀ ਉਸਾਰੀ ਕਰ ਰਹੇ ਨੇ ਜਿਹੜਾ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਹੋਵੇ, ਜਿਹੜਾ ਜ਼ੁਲਮ ਦੇ ਖਿਲਾਫ ਡਟਣ ਵਾਲਾ ਹੋਵੇ। ਦੂਜਾ ਇੱਕ ਕਾਰਨ ਹੈ ਵੀ ਗੁਰੂ ਸਾਹਿਬ ਨੇ ਕੁਝ ਨਗਰ ਵਸਾਏ, ਜਿਵੇਂ ਆਪਾਂ ਵੇਖਦੇ ਹਾਂ ਅੰਮ੍ਰਿਤਸਰ ਨਗਰ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿੰਨਾ ਵਿਕਾਸ ਕੀਤਾ ਉਸ ਨਗਰ ਦਾ। ਤਰਨਤਾਰਨ ਨਗਰ ਵਸਾਇਆ, ਕਰਤਾਰਪੁਰ ਹੋਰ ਵਸਾਏ, 52 ਕਿੱਤਿਆਂ ਦੇ ਲੋਕ ਲਿਆ ਕੇ ਅੰਮ੍ਰਿਤਸਰ ਦੀ ਧਰਤੀ ਤੇ ਵਸਾਏ ਗਏ। ਦੂਰ ਦੂਰ ਤੱਕ ਸਿੱਖ ਵਪਾਰ ਕਰਨ ਲੱਗੇ। ਗੁਰੂ ਸਾਹਿਬ ਨੇ ਇੱਕ ਦਸਵੰਧ ਦੀ ਪ੍ਰਥਾ ਸਿੱਖਾਂ ਵਿੱਚ ਆਰੰਭ ਕੀਤੀ, ਜਿਹੜੀ ਗਰੀਬ, ਲਤਾੜੇ, ਪਛੜੇ ਅਤੇ ਲੋੜਵੰਦ ਲੋਕਾਂ ਦੀ ਲੋੜ ਪੂਰੀ ਕਰਦੀ ਸੀ ਤੇ ਉਹਨਾਂ ਨੂੰ ਵੀ ਸਮਾਜ ਵਿੱਚ ਆਰਥਿਕ ਤੌਰ ਤੇ ਬਰਾਬਰ ਲਿਆਉਂਦੀ ਸੀ। ਸੰਗਤ ਪੰਗਤ ਦੇ ਵਿਧਾਨ ਨੇ, ਬਾਣੀ ਦੀ ਫਿਲਾਸਫੀ ਤੇ ਵਿਚਾਰ ਉਪਦੇਸ਼ ਹੈ, ਇਹ ਸਾਰਾ ਕੁਝ ਗੁਰੂ ਸਾਹਿਬ ਦੀ ਸੰਗਤ ਜਿੱਥੇ ਜਿੱਥੇ ਸੀ, ਉਹ ਸੰਗਤ ਵੀ ਆਪਣੇ ਆਪਣੇ ਫੈਸਲੇ ਆਪ ਕਰਦੀ ਸੀ ਵੀ ਆਪਣੀ ਬਜਾਏ ਇਹਦੇ ਕਿ ਤੁਸੀਂ ਅਦਾਲਤਾਂ 'ਚ ਜਾ ਕੇ ਲੁੱਟ ਕਰਾਓ, ਆਪਣੇ ਮਤਭੇਦਾਂ ਨੂੰ ਸਥਾਨਕ ਪੱਧਰ ਉੱਤੇ ਤੁਸੀਂ ਹੱਲ ਕਰਨ ਦੀ ਕੋਸ਼ਿਸ਼ ਕਰੋ ਸੰਗਤੀ ਰੂਪ ਵਿੱਚ। ਆਪਸੀ ਵੈਰ ਵਿਰੋਧ ਤਿਆਗ ਕੇ ਜੀਓ ਤੇ ਜੀਣ ਦਿਓ ਦੇ ਨੁਕਤੇ ਦੇ ਉੱਤੇ ਕੇਂਦਰਿਤ ਹੋਵੋ। ਨਾ ਡਰਨਾ ਨਾ ਡਰਾਉਣਾ, ਜੀਓ ਤੇ ਜੀਣ ਦਿਓ, ਸਤਿਕਾਰ ਲਵੋ ਤੇ ਸਤਿਕਾਰ ਦੇਵੋ, ਭੈ ਮੰਨਣਾ ਨਹੀਂ, ਭੈ ਦੇਣਾ ਨਹੀਂ, ਜ਼ੁਲਮ ਕਰਨਾ ਨਹੀਂ, ਜ਼ੁਲਮ ਸਹਿਣਾ ਨਹੀਂ। ਇਹ ਜਿਹੜੀ ਵਿਚਾਰਧਾਰਾ ਹੈ ਇਹ ਸਮਾਜ ਨੂੰ ਆਤਮ ਨਿਰਭਰ ਕਰਦੀ ਹੈ ਤੇ ਸਿੱਖ ਆਪਸ ਵਿੱਚ ਹੀ ਆਪਣੇ ਫੈਸਲੇ ਕਰਦੇ ਸਨ। ਇਹੀ ਕਾਰਨ ਹੈ ਵੀ ਇਹ ਸਾਰੀਆਂ ਚੀਜ਼ਾਂ ਰਲ ਰਲ ਕੇ ਸਮੇਂ ਦੀ ਅਫਸਰਸ਼ਾਹੀ ਤੇ ਸਮੇਂ ਦੀ ਹਕੂਮਤ ਨੂੰ ਪਸੰਦ ਨਹੀਂ ਸਨ ਆਉਂਦੀਆਂ। ਉਹ ਸਮਝਦੇ ਸਨ ਵੀ ਇਹ ਤਾਂ ਇਵੇਂ ਲੱਗਦਾ ਹੈ ਜਿਵੇਂ ਸਟੇਟ ਵਿੱਚ ਸਟੇਟ ਪੈਦਾ ਕਰ ਲਈ ਗਈ ਹੋਵੇ, ਇੱਕ ਰਾਜ ਵਿੱਚ ਇੱਕ ਵੱਖਰਾ ਰਾਜ ਸਿਰਜ ਲਿਆ ਗਿਆ ਹੋਵੇ। ਕੋਈ ਵੀ ਸਮੇਂ ਦੀ ਤਾਕਤਵਰ ਧਿਰ ਨਹੀਂ ਚਾਹੁੰਦੀ ਹੁੰਦੀ ਕਿ ਕੋਈ ਮਨੁੱਖ ਐਸਾ ਹੋਵੇ ਜਿਹੜਾ ਉਹਨਾਂ 'ਤੇ ਡਿਪੈਂਡ, ਨਿਰਭਰ ਨਾ ਹੋਵੇ। ਕਿਸੇ ਨੂੰ ਵੀ ਉਹ ਆਤਮ ਨਿਰਭਰ ਨਹੀਂ ਹੋਣ ਦੇਣਾ ਚਾਹੁੰਦੀ, ਉਹ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ 'ਤੇ ਨਿਰਭਰ ਰੱਖਦੀ ਹੈ ਤਾਂ ਕਿ ਉਹਦੀ ਲੋੜ ਬਣੀ ਰਹੇ। ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਧਿਆਨ ਗੋਚਰੀਆਂ ਨੇ। ਮੈਂ ਇੱਕ ਜ਼ਿਕਰ ਕੀਤਾ ਸੀ ਇਹ ਆਪਣੀ ਇੱਕ ਪਹਿਲੀ ਵੀਡੀਓ ਦੇ ਵਿੱਚ, ਜਿਹਦੇ ਵਿੱਚ ਨਕਸ਼ਬੰਦੀ ਫਿਰਕੇ ਦਾ ਮੈਂ ਕੁਝ ਵਿਚਾਰ ਸਾਂਝਾ ਕੀਤਾ ਸੀ
ਨਕਸ਼ਬੰਦੀ ਫਿਰਕੇ ਦਾ ਭਾਰਤ ਵਿੱਚ ਜੋ ਮੁੱਖ ਆਗੂ ਸੀ ਇਮਾਮ ਰਬਾਨੀ ਹਜ਼ਰਤ ਸ਼ੇਖ ਅਹਿਮਦ ਸਰਹੰਦੀ ਮੁਜੱਦਦ ਅਲਫਥਾਨੀ। ਕਮਾਲ ਦੀ ਗੱਲ ਇਹ ਹੈ ਵੀ ਜਹਾਂਗੀਰ ਨੂੰ ਕੱਟੜਤਾ ਦੀ ਪੱਟੀ ਪੜਾਉਣ ਵਾਲਾ ਵੀ ਇਹ ਹੈ ਤੇ ਇਤਿਹਾਸ ਦੇ ਵਿੱਚ ਐਸਾ ਇਸ ਨੇ ਇੱਕ ਪੈੜ ਪਾ ਦਿੱਤੀ, ਇੱਕ ਐਸਾ ਰਸਤਾ ਤਿਆਰ ਕਰ ਦਿੱਤਾ ਵੀ ਵੱਡੀਆਂ ਵੱਡੀਆਂ ਘਟਨਾਵਾਂ ਇਤਿਹਾਸ ਵਿੱਚ ਪੈਦਾ ਹੋਈਆਂ। ਕਿਸੇ ਹੋਰ ਕੌਮੀਅਤ ਨੂੰ ਨਾ ਪ੍ਰਵਾਨ ਕਰਨ ਵਾਲੀ ਇਹ ਵਿਚਾਰਧਾਰਾ ਜੋ ਸ਼ਰੀਅਤ ਦੀ ਕੱਟੜ ਪਾਬੰਦ ਹੈ, ਇਸ ਦੇ ਰਾਹੀਂ ਕਿਤਨੀਆਂ ਹੀ ਕਤਲੋ ਗਾਰਤਾਂ ਜਿਹੜੀਆਂ ਨੇ ਰਾਜਨੀਤਿਕ ਤੌਰ 'ਤੇ ਕੀਤੀਆਂ ਕਰਵਾਈਆਂ ਗਈਆਂ। ਇੱਕ ਵੱਖਰਾ ਮੈਂ ਵਿਚਾਰ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ। ਔਰ ਕਮਾਲ ਦੀ ਗੱਲ ਇਹ ਹੈ ਕਿ ਮੁਜੱਦਦ ਅਲਫਸਾਨੀ ਨੂੰ ਵੀ ਇੱਕ ਵਾਰ ਜਹਾਂਗੀਰ ਨੇ ਕੁਝ ਸਮੇਂ ਲਈ ਗਵਾਲੀਅਰ ਵਿੱਚ ਕੈਦ ਕਰ ਦਿੱਤਾ। ਉਹ ਇਸ ਕਰਕੇ ਕੀਤਾ, ਜੋ ਘਟਨਾਕ੍ਰਮ ਦੱਸਿਆ ਜਾਂਦਾ ਹੈ ਵੀ ਇੱਕ ਤਾਂ ਇਹ ਹੈ ਵੀ ਜਹਾਂਗੀਰ ਮਹਿਸੂਸ ਕਰ ਗਿਆ ਵੀ ਲੋੜ ਤੋਂ ਵੱਧ ਮੁਜੱਦਦ ਅਲਫਸਾਨੀ ਅਤੇ ਇਹਨਾਂ ਦੇ ਆਦਮੀ ਮੇਰੇ ਕੰਮ ਦੇ ਵਿੱਚ ਰੁਕਾਵਟ, ਯਾਨੀ ਕਿ ਆਪਣਾ ਰਸੂਖ ਲੋੜ ਤੋਂ ਵੱਧ ਬਣਾ ਰਹੇ ਨੇ, ਮੈਨੂੰ ਦੂਜੇ ਨੰਬਰ 'ਤੇ ਕੀਤਾ ਜਾ ਰਿਹਾ। ਇੱਕ ਤੇ ਦੂਜਾ ਇਹ ਕਾਰਨ ਦੱਸਿਆ ਜਾਂਦਾ ਹੈ ਵੀ ਇੱਕ ਵਾਰ ਅਲਫਸਾਨੀ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਅਤੇ ਪ੍ਰੋਟੋਕਾਲ ਮੁਤਾਬਕ ਉਹਨਾਂ ਨੇ ਸਿਰ ਨਾ ਝੁਕਾਇਆ, ਜੋ ਜਿਵੇਂ ਸਿਜਦਾ ਕੀਤਾ ਜਾਂਦਾ ਬਾਦਸ਼ਾਹ ਦੇ ਸਾਹਮਣੇ ਜਾ ਕੇ, ਜਿਵੇਂ ਉਹ ਪ੍ਰੋਟੋਕਾਲ ਹੁੰਦਾ, ਇੱਕ ਨਿਯਮ ਹੁੰਦਾ ਵੀ ਬਾਦਸ਼ਾਹ ਨੂੰ ਸਲਾਮ ਕੀਤੀ ਜਾਂਦੀ ਹੈ। ਤਾਂ ਉਸਨੇ ਇਤਰਾਜ਼ ਕੀਤਾ ਵੀ ਇਹ ਸ਼ਾਹੀ ਦਰਬਾਰ ਦਾ ਪ੍ਰੋਟੋਕਾਲ ਨਿਯਮ ਇਹ ਹੈ। ਮੁਜੱਦਦ ਅਲਫਸਾਨੀ ਨੇ ਕਿਹਾ ਮੈਂ ਖੁਦਾ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ। ਅਤੇ ਕੁਝ ਹੋਰ ਕੋਈ ਇੱਕ ਕਾਰਨ ਇਹ, ਕੁਝ ਹੋਰ ਕਾਰਨਾਂ ਕਰਕੇ ਕੁਝ ਸਮੇਂ ਲਈ ਮੁਜੱਦਦ ਅਲਫਸਾਨੀ ਨੂੰ ਵੀ ਕੈਦ ਵਿੱਚ ਰੱਖਿਆ, ਫਿਰ ਛੱਡ ਵੀ ਦਿੱਤਾ ਗਿਆ। ਪਰ ਉਹਦੀਆਂ ਨੀਤੀਆਂ ਦਾ ਪ੍ਰਭਾਵ ਸਮੇਂ ਦੇ ਰਾਜਨੀਤਿਕ ਗਲਿਆਰਿਆਂ ਅਤੇ ਅਫਸਰਸ਼ਾਹੀ 'ਤੇ ਇੰਨਾ ਹਾਵੀ ਸੀ ਵੀ ਵਕਤ ਬਾ ਵਕਤ ਉਹਨਾਂ ਦੀਆਂ ਨੀਤੀਆਂ ਹੀ ਸਮੇਂ ਦੀ ਸਲਤਨਤ ਦੇ ਰਾਹੀਂ ਇੰਪਲੀਮੈਂਟ ਹੁੰਦੀਆਂ ਰਹੀਆਂ। ਪਰ ਇਹ ਘਟਨਾ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਬਾਦਸ਼ਾਹ ਆਪਣੇ ਸਭ ਤੋਂ ਚਹੇਤੇ ਨੂੰ ਵੀ ਕੁਝ ਸਮੇਂ ਲਈ ਕੈਦ ਕਰ ਦਿੰਦਾ ਹੈ, ਜਿਸ ਦੀ ਗੱਲ ਨੂੰ ਮੰਨ ਕੇ, ਜਿਸ ਦੇ ਪ੍ਰਭਾਵ ਥੱਲੇ ਆ ਕੇ ਕਿਸੇ ਵੇਲੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੀ। ਪਰ ਇਹ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਸਮੇਂ ਦੀ ਰਾਜਨੀਤੀ ਕਿੰਨੀ ਕਰੂਰ ਹੁੰਦੀ ਹੈ ਅਤੇ ਹਾਕਮ ਕਿੰਨੇ ਕਰੂਰ ਹੋ ਜਾਂਦੇ ਨੇ। ਫਿਰ ਐਸੀ ਹਕੂਮਤ ਜਿੱਥੇ ਭਰਾਵਾਂ ਨੂੰ ਕਤਲ ਕਰਕੇ, ਪੁੱਤਰਾਂ ਨੂੰ ਕਤਲ ਕਰਕੇ ਸਮੇਂ ਦੇ ਰਾਜਨੀਤਿਕ ਲੋਕ ਤਖਤ ਲੈਂਦੇ ਹੋਣ, ਤਖਤ ਹਾਸਲ ਕਰਦੇ ਹੋਣ, ਜਿੱਥੇ ਆਪਣੇ ਪਰਿਵਾਰ ਦੇ ਖੂਨ ਦਾ, ਆਪਣੇ ਲੋਕਾਂ ਦਾ, ਆਪਣੀ ਲੋਕਾਂ 'ਤੇ ਕੋਈ ਤਰਸ ਨਹੀਂ, ਆਪਣੇ ਪਰਿਵਾਰ ਖੂਨ 'ਤੇ ਕੋਈ ਤਰਸ ਨਹੀਂ, ਉੱਥੇ ਦੂਜਾ ਮਨੁੱਖ ਉਹਨਾਂ ਦਾ ਕੀ ਲੱਗਦਾ ਸੀ। ਤੋ ਇਸ ਸਾਰੇ ਘਟਨਾਕ੍ਰਮ ਨੂੰ ਜਦੋਂ ਅਸੀਂ ਇਸ ਸਾਰੇ ਸਿਨਾਰੀਓ ਨੂੰ ਦੇਖਦੇ ਹਾਂ, ਇਹ ਸਾਰੀ ਤਸਵੀਰ ਨੂੰ ਤੱਕਦੇ ਹਾਂ, ਤਾਂ ਸਾਡੇ ਸਾਹਮਣੇ ਇੱਕ ਐਸੀ ਰਾਜ ਸੱਤਾ, ਇੱਕ ਐਸੀ ਹਕੂਮਤ, ਇੱਕ ਐਸਾ ਸਾਮਰਾਜ ਹੁੰਦਾ ਹੈ ਜਿਸ ਸਾਮਰਾਜ ਦੇ ਅੰਦਰ ਬੜਾ ਕੁਝ ਭਰਿਆ ਪਿਆ। ਨਾਹਕ, ਬੇਇਨਸਾਫੀਆਂ, ਧੱਕੇਸ਼ਾਹੀਆਂ, ਜ਼ੁਲਮੋ ਸਿਤਮ, ਅਨਿਆਂ, ਦਮਨਕਾਰੀ ਨੀਤੀਆਂ, ਭੇਦਭਾਵ, ਮਜ਼ਹਬੀ ਕੱਟੜਤਾ, ਬੜਾ ਕੁਝ ਭਰਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਹੋ ਜਿਹਾ ਸੰਕਲਪ ਦੇ ਰਹੇ ਸਨ। ਗੁਰਮਤਿ ਦਾ ਤੇ ਸੰਕਲਪ ਹੀ ਹੈ ਬੇਗਮਪੁਰਾ ਸ਼ਹਿਰ ਕੋ ਨਾ ਦੁਖ ਅੰਦੋ ਨਹੀਂ, ਜਿੱਥੇ ਦਰਜਾ ਬਦਰਜਾ ਨਹੀਂ, ਸਭ ਸੁਖਾਲੀ ਬੁੱਠੀ ਆਏ ਹੁਆ ਹਲੇਮੀ ਰਾਜ ਜੀਓ। ਤਾਂ ਜਦੋਂ ਅਸੀਂ ਸਮੇਂ ਦੀ ਰਾਜਨੀਤੀ ਦਾ ਮੁਲਾਂਕਣ ਕਰਾਂਗੇ ਅਤੇ ਦੂਜੇ ਪਾਸੇ ਗੁਰਮਤਿ ਫਲਸਫੇ ਨੂੰ ਰੱਖ ਕੇ ਵੇਖਾਂਗੇ, ਸਾਨੂੰ ਸਮਝ ਪੈ ਜਾਏਗੀ ਕਿ ਸਮੇਂ ਦੀ ਸ਼ਾਹੀ ਨਾਲ, ਸਮੇਂ ਦੀ ਰਾਜਨੀਤਿਕ ਤਾਕਤ ਨਾਲ, ਸਮੇਂ ਦੀ ਅਫਸਰਸ਼ਾਹੀ ਦੇ ਨਾਲ ਕਿਵੇਂ ਟਕਰਾਅ ਹੁੰਦਾ ਹੈ ਅਤੇ ਕਿਉਂ ਅਫਸਰਸ਼ਾਹੀ ਅਤੇ ਹਕੂਮਤ ਉਤਾਰੂ ਹੋ ਜਾਂਦੀ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀਆਂ ਸ਼ਖਸੀਅਤਾਂ ਨੂੰ ਸ਼ਹੀਦ ਕਰਨ ਲਈ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਉਹ ਕਿਉਂ ਜੰਗਾਂ ਛੇੜਦੀ ਹੈ, ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰਦੀ ਹੈ, ਕਿਉਂ ਇਤਿਹਾਸ ਦੇ ਘਟਨਾਕ੍ਰਮ ਅਗੇਰੇ ਤੁਰਦੇ ਨੇ ਅਤੇ ਇਹ ਬੜੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਤੋ ਸਾਨੂੰ ਦੋਵਾਂ ਧਿਰਾਂ ਦੇ ਪੱਖ ਵੇਖਣੇ ਪੈਣਗੇ। ਕਾਰਨ ਕੀ ਨੇ? ਹਕੂਮਤ ਦਾ ਰੁਖ ਅੰਦਾਜ਼, ਹਕੂਮਤ ਦੀ ਨੇਚਰ, ਹਕੂਮਤ ਦਾ ਸੁਭਾਅ, ਹਕੂਮਤੀ ਢਾਂਚਾ ਕਿਹੋ ਜਿਹਾ ਹੈ, ਅਤੇ ਦੂਜੇ ਪਾਸੇ ਗੁਰਮਤਿ ਇਨਕਲਾਬ ਦੇ ਸੰਕਲਪ ਕੀ ਨੇ। ਸਤਿਗੁਰੂ ਪਾਤਸ਼ਾਹ ਕਿਹੜੀ ਚੀਜ਼ ਦੀ ਸਥਾਪਤੀ ਕਰਨਾ ਚਾਹੁੰਦੇ ਨੇ, ਕਿਵੇਂ ਉਹ ਸਭਨਾਂ ਨੂੰ ਇੱਕ ਸੁਰਤਾ ਦੇ ਵਿੱਚ, ਸਾਰੇ ਮਨੁੱਖਾਂ ਦੀ ਭਿੰਨਤਾ ਨੂੰ ਪ੍ਰਵਾਨ ਕਰਦਿਆਂ ਹੋਇਆਂ ਉਹਨਾਂ ਨੂੰ ਬਰਾਬਰ ਦਾ ਰੁਤਬਾ, ਅਧਿਕਾਰ, ਨਿਆਂ, ਇਨਸਾਫ, ਇਹ ਸਭ ਚੀਜ਼ਾਂ ਜਿੰਨਾ ਚਿਰ ਅਸੀਂ ਵਿਚਾਰਾਂਗੇ ਨਹੀਂ, ਸਾਨੂੰ ਸਮਝ ਨਹੀਂ ਆ ਸਕਦੀ ਕਿ ਹਕੂਮਤ ਅਤੇ ਅਫਸਰਸ਼ਾਹੀ ਅਤੇ ਨਿਆਂ ਪਾਲਿਕਾ ਕਿਉਂ ਗੁਰੂ ਅਰਜਨ ਸਾਹਿਬ ਮਹਾਰਾਜ ਵਰਗੀਆਂ ਸ਼ਖਸੀਅਤਾਂ ਨੂੰ ਸ਼ਹੀਦ ਕਰਨ ਉੱਤੇ ਉਤਾਰੂ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।